ਸੁਖਦੇਵ ਸਿੰਘ ਲਾਜ ਦੀ ਸੰਪਾਦਿਤ ਪੁਸਤਕ ਹੈ ਭੁੱਲੇ ਵਿਸਰੇ ਨਾਨਕ ਪੰਥੀ। ਗੁਰੂ ਨਾਨਕ ਨਾਮਲੇਵਾ ਸਿਕਲੀਗਰ, ਵਣਜਾਰੀ, ਸਤਨਾਮੀ, ਨਿਰਮਲੀ, ਉਦਾਸੀ, ਅਗਰਹਾਰੀ, ਜੌਹਰੀ, ਲੁਬਾਣੇ, ਰਮਈਏ ਸਿੱਖ, ਦੱਖਣੀ ਸਿੱਖ, ਸਿੰਧੀ ਸਿੱਖਾਂ ਦੇ ਜੀਵਨ ਤੇ ਝਾਤ ਪਾਉਂਦੇ ਲੇਖਾਂ ਦਾ ਸੰਗ੍ਰਹਿ ਇਹ ਪੁਸਤਕ ਹੈ। ਮੁੱਖਬੰਦ। ਕਰੋੜਾਂ ਨਾਨਕ ਨਾਮਲੇਵਾਂ ਦੀ ਕੌਣ ਲਵੇਗਾ ਸਾਰ। ਲੇਖਕ ਇੰਜੀਨੀਅਰ ਸੁਖਦੇਵ ਸਿੰਘ ਲਾਜ। ਸਿਕਲੀਗਰ ਵਣਜਾਰਿਆਂ ਦੇ ਜੀਵਨ ਸਫ਼ਰ ਨੂੰ ਨੇੜੇ ਹੋ ਕੇ ਵੇਖਣ ਸਮਝਣ ਬਾਅਦ ਇਹ ਕਿਤਾਬ ਮੇਰੀ ਪਿਆਰੀ ਸਤਿਕਾਰ ਦੀ ਹੱਕਦਾਰ ਪਰ ਅਵੇਸਲੀ ਕੌਮ ਨੂੰ ਇੱਕ ਹਲੂਣਾ ਹੈ। ਇਸ ਕਿਤਾਬ 'ਚ ਉਹਨਾਂ ਕਰੋੜਾਂ ਨਾਨਕ ਨਾਮਲੇਵਾ ਨਾਨਕ ਪੰਥੀਆਂ ਦੀਆਂ ਚੀਕਾਂ, ਕੂਕਾਂ ਤੇ ਫਰਿਆਦਾਂ ਹਨ ਜੋ ਅੱਜ ਅਸਮਾਨ ਨੂੰ ਤਾਂ ਚੀਰ ਰਹੀਆਂ ਹਨ, ਪਰ ਸ਼ਾਇਦ ਪੰਥ ਦੇ ਵਿਹੜੇ ਇਹਨਾਂ ਦੀ ਦਸਤਕ ਪੂਰੀ ਤਰ੍ਹਾਂ ਨਹੀਂ ਪਹੁੰਚੀ। ਇਹ ਕਿਤਾਬ ਉਹਨਾਂ ਆਵਾਜ਼ਾਂ ਦੀ ਤਰਜਮਾਨੀ ਹੈ ਤੇ ਸਿੱਖ ਜਗਤ ਨੂੰ ਉਹਨਾਂ ਬਾਰੇ ਜਾਣੂ ਕਰਾਉਣ ਦਾ ਇੱਕ ਨਿਮਾਣਾ ਪਰ ਗੰਭੀਰ ਯਤਨ ਹੈ। ਅਣਗੌਲੇ ਤੇ ਵਿਸਰੇ ਨਾਨਕ ਪੰਥੀਆਂ ਦੀਆਂ ਤਕਲੀਫਾਂ ਤੇ ਸਮੱਸਿਆਵਾਂ ਬਹੁਤ ਵੱਡੀਆਂ ਤੇ ਗੰਭੀਰ ਹਨ। ਇਹ ਪੁਸਤਕ ਉਹਨਾਂ ਕਰੋੜਾਂ ਪਰਿਵਾਰਾਂ ਬਾਰੇ ਹੈ ਜਿਨ੍ਹਾਂ ਦੇ ਪੂਰਵਜਾਂ ਨੇ ਆਪਣੇ ਪਿਆਰੇ ਗੁਰੂ ਤੋਂ ਧਨ ਦੌਲਤ, ਜ਼ਮੀਨ ਜਾਇਦਾਦ ਅਤੇ ਆਪਣੀਆਂ ਜਾਨਾਂ ਵਾਰ ਕੇ ਲਾਸਾਨੀ ਸ਼ਹੀਦ ਬਣਨ ਦਾ ਰੁਤਬਾ ਹਾਸਲ ਕੀਤਾ ਸੀ। ਸਮੇਂ ਦਾ ਗੇੜ ਤੇ ਸਿੱਖ ਕੌਮ ਦੀ ਘੋਰ ਅਣਗਹਿਲੀ ਤੇ ਉਹਨਾਂ ਦੀ ਵੱਖਰੀ ਜੀਵਨ ਜਾਤ ਸਦਕਾ ਇਹ ਮਹਾਨ ਕੁਰਬਾਨੀਆਂ ਕਰਨ ਵਾਲੇ ਮਰ ਜੀਵੜਿਆਂ ਦੀਆਂ ਔਲਾਦਾਂ ਅੱਜ ਝੁੱਗੀਆਂ ਝੌਂਪੜੀਆਂ 'ਚ ਰੁਲ ਰਹੀਆਂ ਹਨ। ਆਪਣੇ ਗੁਰੂ ਦੀ ਯਾਦ ਵਿੱਚ ਦਿਨ ਕਟੀ ਕਰਦੀ ਹੋਈ ਆਪਣੇ ਪਿਆਰੇ ਪੰਥ ਨੂੰ ਆਵਾਜ਼ਾਂ ਮਾਰ ਰਹੀ ਹੈ। ਅੱਜ ਤੋਂ ਕੋਈ 122 ਸਾਲ ਪਹਿਲਾਂ ਸਿੰਘ ਸਭਾ ਲਹਿਰ ਦੇ ਮੋਢੀ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਨੇ ਆਪਣੀ ਅਖਬਾਰ ਖਾਲਸਾ ਅਖਬਾਰ ਲਾਹੌਰ ਦੇ 28 ਅਗਸਤ 1898 ਦੇ ਅੰਕ ਵਿੱਚ ਅਜਿਹੇ ਵਿਚਾਰ ਪ੍ਰਗਟ ਕਰਦਿਆਂ ਹੋਕਾ ਭਰਿਆ ਸੀ। ਸਿਕਲੀਗਰ ਜੋ ਮਾਰਵਾੜੀ ਖਾਲਸਾ ਹੈ ਤੇ ਵਿਚਾਰੇ ਝੁੱਗੀਆਂ ਪਾ ਕੇ ਬਾਹਰ ਬੈਠੇ ਹਨ ਤੇ ਇਹਨਾਂ ਦਾ ਕੰਮ ਸ਼ਸਤਰ ਬਣਾ ਕੇ ਵੇਚਣੇ ਤੇ ਸ਼ਿਕਾਰ ਮਾਰ ਕੇ ਨਿਰਵਾਹ ਕਰਨਾ ਹੈ, ਪਰ ਖਾਲਸਾ ਧਰਮ ਵਿੱਚ ਇਹ ਲੋਕ ਪੱਕੇ ਪਾਏ ਜਾਂਦੇ ਹਨ ਜੋ ਕੈਂਚੀ ਜਾਂ ਉਸ ਤਰ੍ਹਾਂ ਸਿਰ ਤੇ ਲਾਉਣਾ ਆਪਣੀ ਮੌਤ ਦਾ ਨਮੂਨਾ ਜਾਣਦੇ ਹਨ। ਇਸ ਤਰਫ ਵੀ ਖਾਲਸਾ ਨੇ ਕੋਈ ਖਿਆਲ ਨਹੀਂ ਕੀਤਾ। ਇੱਕ ਸਦੀ ਤੋਂ ਵੱਧ ਬਾਅਦ ਹੁਣ ਜਦ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਇਹ ਪੁਰਬ ਮਨਾਇਆ ਤਾਂ ਹੀ ਸਫਲ ਗਿਣਿਆ ਜਾਏਗਾ ਜੇ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਉਹਨਾਂ ਨਾਲ ਜੁੜੇ ਆਪਣੇ ਕਰੋੜਾਂ ਨਾਨਕ ਪੰਥੀਆਂ ਨੂੰ ਜੋ ਥਾਂ ਥਾਂ ਤੇ ਬਿਖਰੇ ਮੋਤੀਆਂ ਵਾਂਗ ਨਜ਼ਰ ਆ ਰਹੇ ਹਨ ਉਹਨਾਂ ਨੂੰ ਆਪਣੇ ਗਲੇ ਨਾਲ ਲਾਈਏ। ਇਹ ਇੱਕ ਬੜੀ ਵੱਡੀ ਵੰਗਾਰ ਹੈ ਜਿਹਨੂੰ ਸਵੀਕਾਰ ਕਰਨਾ ਸਾਡਾ ਸਭ ਦਾ ਸਾਂਝਾ ਫਰਜ਼ ਹੈ। ਮਾਨਯੋਗ ਪੱਤਰਕਾਰ ਹਰਬੀਰ ਸਿੰਘ ਭਵਰ ਨੇ ਅਜੀਤ ਅਖਬਾਰ ਵਿੱਚ ਆਪਣੇ ਲੇਖ ਵਣਜਾਰਿਆਂ ਤੇ ਸਿਕਲੀਗਰਾਂ ਨੂੰ ਪੰਥ ਦੀ ਮੁੱਖ ਧਾਰਾ 'ਚ ਲਿਆਂਦਾ ਜਾਵੇ ਵਿੱਚ ਪੰਥਕ ਆਗੂਆਂ ਨੂੰ ਟੁੰਬਦਿਆਂ ਆਖਿਆ ਸੀ, ਕਈ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਨੇ ਆਪਣੀ ਆਪਣੀ ਸਮਰੱਥਾ ਅਨੁਸਾਰ ਕਾਰਜ ਆਰੰਭਿਆ ਵੀ ਹੈ, ਪਰ ਇਹ ਕਾਰਜ ਇੰਨਾ ਵੱਡਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦੁਆਰਾ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਵੀ ਵਾਸਤਾ ਨਹੀਂ ਸਗੋਂ ਸਮੁੱਚੇ ਪੰਥ ਦਾ ਸਾਂਝਾ ਕਾਰਜ ਹੈ। ਨੈਸ਼ਨਲ ਅਵਾਰਡੀ ਵਿਦਿਅਕ ਮਾਹਰ ਰਣਜੀਤ ਸਿੰਘ ਨੇ ਆਪਣੇ ਲੇਖ ਬਿਖਰੇ ਮੋਤੀ ਵਿੱਚ ਇਸੇ ਗੱਲ ਨੂੰ ਦੁਹਰਾਇਆ ਹੈ। ਨਾਨਕ ਪੰਥੀ ਇਸ ਉਡੀਕ ਛਨ ਕੇ ਕੋਈ ਪੰਥਕ ਰਹਿਬਰ ਸਾਡੀ ਬਾਂਹ ਫੜ ਕੇ ਸਾਨੂੰ ਆਪਣੇ ਗਲ ਲਾਉਣ ਤੇ ਸਾਡੇ ਭਵਿੱਖ ਬਾਰੇ ਕੋਈ ਯੋਜਨਾ ਤਿਆਰ ਕਰੇ। ਕਾਫੀ ਅਰਸਾ ਪਹਿਲਾਂ ਮੈਨੂੰ ਰਵੇਲ ਸਿੰਘ ਐਡਵੋਕੇਟ ਦਾ ਨਾਨਕ ਨਾਮਲੇਵਾ ਨੂੰ ਇਕੱਠਾ ਕਰਨ ਦੀ ਲੋੜ ਸਿਰਲੇਖ ਹੇਠ ਛਪਿਆ ਇੱਕ ਬਹੁਤ ਹੀ ਦੁਰਲੱਭ ਲੇਖ ਪ੍ਰਾਪਤ ਹੋਇਆ। ਮਾਨਯੋਗ ਲਿਖਾਰੀ ਨੇ ਲਿਖਿਆ ਸੀ, ਇਸ ਬਿਖਰੇ ਸਮੇਂ ਨਾਮਧਾਰੀ ਸੰਪਰਦਾਇ ਦੇ ਮੁਖੀ ਬਾਬਾ ਪ੍ਰਤਾਪ ਸਿੰਘ ਜੀ ਨੇ ਗੁਰੂ ਨਾਨਕ ਨਾਮਲੇਵਾ ਸਰਬੱਤ ਸਿੱਖਾਂ ਨੂੰ ਇਕੱਠਾ ਕਰਨ ਦਾ ਯਤਨ ਕੀਤਾ। 14-15 ਅਕਤੂਬਰ 1934 ਨੂੰ ਉਹਨਾਂ ਵੱਲੋਂ ਭੈਣੀ ਸਾਹਿਬ ਵਿਖੇ ਕਾਨਫਰੰਸ ਕੀਤੀ ਗਈ। ਭਾਈ ਸਾਹਿਬ ਭਾਈ ਅਰਜਨ ਸਿੰਘ ਬਾਗੜੀਆ ਨੂੰ ਇਸ ਕਾਨਫਰੰਸ ਦਾ ਪ੍ਰਧਾਨ ਬਣਾਇਆ ਗਿਆ। ਇਸ ਕਾਨਫਰੰਸ 'ਚ ਸਰਦਾਰ ਸੁੰਦਰ ਸਿੰਘ ਮਜੀਠੀਆ, ਭਾਈ ਕਾਨ ਸਿੰਘ ਨਾਭਾ, ਭਾਈ ਜੋਤ ਸਿੰਘ, ਪ੍ਰੋਫੈਸਰ ਤੇਜਾ ਸਿੰਘ, ਪ੍ਰੋਫੈਸਰ ਗੰਗਾ ਸਿੰਘ, ਗਿਆਨੀ ਸ਼ੇਰ ਸਿੰਘ, ਅਕਾਲੀ ਦਲ ਦੇ ਹੋਰ ਨੇਤਾ, ਚੀਫ ਖਾਲਸਾ ਦੀਵਾਨ ਬੁੱਢਾ ਦਲ, ਅੱਡਣ ਸ਼ਾਹੀ ਉਦਾਸੀਨ ਮਹਾਮੰਡਲ ਦੇ ਪ੍ਰਤੀਨਿਧ ਸ਼ਾਮਿਲ ਹੋਏ।
ਸਾਰਿਆਂ ਨੇ ਇਸ ਉਦਮ ਦੀ ਸ਼ਲਾਘਾ ਕੀਤੀ ਤੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੀਆਂ ਸਭ ਸੰਪਰਦਾਵਾਂ ਆਪਣੇ ਅਸੂਲਾਂ ਦਾ ਪ੍ਰੇਮ ਪਿਆਰ ਤੇ ਵਿਦਵਤਾ ਸਹਿਤ ਮੰਡਨ ਰੂਪ ਚ ਪ੍ਰਚਾਰ ਕਰਨ ਤੇ ਇੱਕ ਦੂਜੇ ਦੇ ਸਿਧਾਂਤਾਂ ਨੂੰ ਵਿਚਾਰਾਂ ਨੂੰ ਖੰਡਨ ਕਰਨ ਦੀ ਪਰਪਾਟੀ ਬੰਦ ਕਰ ਦਿੱਤੀ ਜਾਵੇ। 1934 ਤੋਂ ਮਗਰੋਂ ਵੀ ਅਜਿਹੀਆਂ ਕਾਨਫਰੰਸਾਂ ਹੋਈਆਂ, ਪਰ ਜਗ ਜ਼ਾਹਿਰ ਹੈ ਕਿ ਪ੍ਰਤੱਖ ਰੂਪ ਚ ਕੋਈ ਉਦਮ ਨਹੀਂ ਕੀਤਾ ਗਿਆ। ਗੰਭੀਰ ਵਿਚਾਰਾਂ ਹੋਈਆਂ, ਮਤੇ ਪਾਸ ਕੀਤੇ ਗਏ, ਪਰ ਮਸਲੇ ਦਾ ਪੱਕਾ ਹੱਲ ਲੱਭਣ ਲਈ ਕੋਈ ਵਿਉਂਤ ਜਾਂ ਪੈਂਤੜਾ ਨਾ ਅਪਣਾਇਆ ਗਿਆ। ਅਜੋਕੇ ਸਮੇਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਸਾਲਾ ਪ੍ਰਕਾਸ਼ ਉਤਸਵ ਮਨਾਉਣ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10 ਅਕਤੂਬਰ 2019 ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦਾ ਇੱਕ ਸੰਮੇਲਨ ਬੁਲਾਇਆ ਗਿਆ। ਇਸ ਸੰਮੇਲਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਵਿਸ਼ਵਾਸ ਰੱਖਣ ਵਾਲੇ ਵਣਜਾਰੇ, ਸਿਕਲੀਗਰ, ਸਿੰਧੀ, ਅਫਗਾਨੀ, ਮਰਦਾਨੇਕੇ, ਲਾਮੇ, ਅਸਾਮੀ, ਖੋਸਤੀ, ਉਦਾਸੀ, ਨਿਰਮਲੇ, ਸਤਨਾਮੀ ਆਦਿ ਨੂੰ ਸੱਦਾ ਪੱਤਰ ਭੇਜੇ ਗਏ। ਇਸ ਸੰਮੇਲਨ ਵਿੱਚ ਦਾਸ ਨੇ ਵੀ ਹਾਜ਼ਰੀ ਭਰੀ। ਇਸ ਸੰਮੇਲਨ ਦਾ ਨਜ਼ਾਰਾ ਦੇਖਣ ਯੋਗ ਸੀ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਉਹਨਾਂ ਨੂੰ ਪੰਥਕ ਪਰੰਪਰਾ ਤਹਿਤ ਸਨਮਾਨਿਤ ਵੀ ਕੀਤਾ ਗਿਆ। ਜਿਨ੍ਹਾਂ ਨਾਨਕ ਨਾਮ ਲੇਵਾ ਨੂੰ ਸਨਮਾਨਿਤ ਕੀਤਾ ਗਿਆ, ਉਹਨਾਂ ਦੇ ਚਿਹਰਿਆਂ ਤੇ ਜੋ ਖੁਸ਼ੀ ਝਲਕ ਰਹੀ ਸੀ, ਉਹ ਬਿਆਨ ਤੋਂ ਬਾਹਰ ਹੈ। ਸਨਮਾਨਿਤ ਹੋਣ ਉਪਰੰਤ ਕਈ ਗੁਰੂ ਨਾਨਕ ਨਾਮ ਲੇਵਾ ਜੋ ਪਹਿਲਾਂ ਦਸਤਾਰ ਨਹੀਂ ਸਜਾਉਂਦੇ ਸਨ, ਉਹਨਾਂ ਨੇ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ 100 ਸਾਲਾ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਸੀ ਜਦ ਨਾਨਕ ਪੰਥੀਆਂ ਦਾ ਸੰਮੇਲਨ ਬੁਲਾਇਆ ਗਿਆ ਹੋਵੇ। ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਹੋਰ ਨੁਮਾਇੰਦਿਆਂ ਨੇ ਹਾਜ਼ਰੀ ਭਰੀ ਤੇ ਆਪਣੇ ਵਿਚਾਰ ਸਾਂਝੇ ਕੀਤੇ। ਸਾਰਿਆਂ ਦੀ ਰਾਏ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਰੋਸ਼ਨੀ ਵਿੱਚ ਗੁਰੂ ਨਾਨਕ ਨਾਮ ਲੇਵਾ ਲਈ ਸਾਂਝੇ ਯਤਨ ਕੀਤੇ ਜਾਣ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜ ਅੰਦਰ ਆਪਸੀ ਵਖਰੇਵਿਆਂ ਨੂੰ ਖਤਮ ਕਰਕੇ ਮਨੁੱਖੀ ਏਕਤਾ ਦਾ ਸੁਨੇਹਾ ਦਿੱਤਾ ਸੀ। ਗੁਰੂ ਸਾਹਿਬ ਦੀ ਇਸ ਵੱਡਮੁੱਲੀ ਸੋਚ ਨੂੰ ਪਰਣਾਏ ਭਾਈਚਾਰੇ ਸਿੱਖ ਸਮਾਜ ਦਾ ਇੱਕ ਅਹਿਮ ਹਿੱਸਾ ਹਨ ਤੇ ਉਹਨਾਂ ਨੂੰ ਕਲਾਵੇ 'ਚ ਲੈਣ ਦੀ ਲੋੜ ਹੈ। ਜਥੇਦਾਰ ਰਘਬੀਰ ਸਿੰਘ ਜੀ ਨੇ ਕਿਹਾ ਕਿ ਸਰਬੱਤ ਦਾ ਭਲਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਨਾਨਕ ਨਾਮ ਲੇਵਾ ਭਾਈਚਾਰੇ ਲਈ ਇੱਕ ਵੱਖਰਾ ਵਿਭਾਗ ਕਾਇਮ ਕਰ ਰਹੀ ਹੈ ਤਾਂ ਜੋ ਇਹਨਾਂ ਨਾਲ ਲਗਾਤਾਰ ਸੰਪਰਕ ਬਣਿਆ ਰਹੇ। ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾਕਟਰ ਰੂਪ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲਿਆਂ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਿਆ। ਵੱਖਰੇ ਵੱਖਰੇ ਸੰਪਰਦਾਵਾਂ ਤੋਂ ਆਏ ਆਗੂਆਂ ਵਿੱਚ ਦਰਸ਼ਨ ਸਿੰਘ ਦਿੱਲੀ ਖੋਸਤੀ ਸਮਾਜ, ਮਹੰਤ ਕਾਨ ਸਿੰਘ ਸੇਵਾਪੰਥੀ ਪੰਚਮ ਦਾਸ ਬਿਹਾਰ, ਨਾਨਕਸ਼ਾਹੀ ਸਮਾਜ, ਸੰਤ ਰਮਿੰਦਰ ਸਿੰਘ ਦਾਸ ਤੇ ਸਵਾਮੀ ਸ਼ਾਂਤਾਨੰਦ ਉਦਾਸੀ, ਸੰਤ ਨਿਰਮਲ ਸਿੰਘ ਨਿਰਮਲੇ, LP ਸਿੰਘ ਤੇ ਮਨਜੀਤ ਸਿੰਘ ਲੰਕਾ, ਸਾਮੀ ਸਮਾਜ, ਬਾਬਾ ਦਲਜੀਤ ਸਿੰਘ ਸ਼ਿਕਾਗੋ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾ, ਬਾਬਾ ਨੌਰੰਗ ਸਿੰਘ, ਬਾਬਾ ਗੁਰਚਰਨ ਸਿੰਘ ਪੰਡਵਾ, ਸੰਤ ਰਿਖੀ ਰਾਜ, ਸੰਤ ਹਰਚਰਨ ਦਾਸ ਤੇ ਉਦਾਸੀ ਸੰਤ ਮਹਾਤਮਾ ਹਾਜ਼ਰ ਸਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀਆਂ ਵੱਖ-ਵੱਖ ਦਿਸ਼ਾਵਾਂ ਵੱਲ ਕੀਤੀਆਂ 4 ਉਦਾਸੀਆਂ ਦੌਰਾਨ ਦੱਬੇ ਕੁਚਲੇ ਸਮਾਜ ਵੱਲੋਂ ਜਿਨ੍ਹਾਂ ਨੂੰ ਨੀਵੀਆਂ ਜਾਤੀਆਂ ਵਾਲੇ ਕਹਿ ਕੇ ਨਫ਼ਰਤ ਕੀਤੀ ਜਾਂਦੀ ਰਹੀ ਹੈ, ਉਹਨਾਂ ਨੂੰ ਆਪਣੀ ਗਲਵੱਕੜੀ 'ਚ ਲੈ ਕੇ ਕਲੇਜੇ ਨਾਲ ਲਾਇਆ। ਉੱਚੀਆਂ ਜਾਤਾਂ ਦੀ ਹਉਮੈ ਪਾਲਣ ਵਾਲਿਆਂ ਨੂੰ ਸੰਬੋਧਿਤ ਕਰਦਿਆਂ ਹੋਏ ਇਹ ਐਲਾਨ ਦਿੱਤਾ ਕਿ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਨੀਵਾਂ ਸਮਝਦੇ ਹੋ, ਨਫ਼ਰਤ ਕਰਦੇ ਹੋ, ਮੈਂ ਉਹਨਾਂ ਨਾਲ ਖੜਾ, ਉਹ ਮੇਰੇ ਹਨ ਤੇ ਮੈਂ ਉਹਨਾਂ ਦਾ ਹਾਂ। ਮੇਰਾ ਉੱਚ ਜਾਤਾਂ ਦੀ ਹਉਮੈ ਪਾਲਣ ਵਾਲਿਆਂ ਨਾਲ ਕੋਈ ਵਾਸਤਾ ਨਹੀਂ, ਕੋਈ ਰੀਸ ਨਹੀਂ। ਆਪਨੇ ਬਚਨ ਕੀਤਾ, ਨੀਚਾ ਅੰਦਰ ਨੀਚ ਜਾਤ, ਨੀਚੀ ਹੁਵਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਦੂਰ ਦੁਰਾਡੇ ਜਿੱਥੇ ਵੀ ਗਏ, ਸੰਗਤਾਂ ਨੇ ਉਹਨਾਂ ਦਾ ਪ੍ਰਭਾਵ ਕਬੂਲਿਆ। ਗੁਰੂ ਨਾਨਕ ਦੇਵ ਜੀ ਨੇ ਬੇਅੰਤ ਲੋਕਾਂ ਨੂੰ ਸਿੱਖ ਬਣਾਇਆ, ਧਰਮਸ਼ਾਲਾਵਾਂ ਸਥਾਪਿਤ ਕਰਵਾਈਆਂ ਤੇ ਉੱਥੇ ਉਹਨਾਂ ਦੁਆਰਾ ਥਾਪੇ ਗਏ ਪ੍ਰਚਾਰਕ ਨਿਰੰਤਰ ਧਰਮ ਪ੍ਰਚਾਰ, ਸਤਸੰਗ ਤੇ ਸਮਾਜਿਕ ਕਾਰਜ ਕਰਦੇ ਰਹੇ। ਔਡਾ ਭੀਲ ਆਂਧਰਾ ਪ੍ਰਦੇਸ਼ ਦੇ ਜੰਗਲੀ ਤੇ ਪਹਾੜੀ ਇਲਾਕੇ ਦਾ ਆਦਮਖੋਰ ਸੀ, ਪਰ ਹੈ ਸੀ ਚੰਗੇ ਗਿਆਨ ਵਾਲਾ।
ਇਸ ਕੌਡੇ ਭੀਲ ਦਾ ਨਾਂ ਰਾਖਸ਼ ਇਹਦੇ ਆਦਮਖੋਰ ਹੋਣ ਕਰਕੇ ਤੇ ਕਿਸੇ ਪਹਾੜੀ ਦੇ ਆਸ-ਪਾਸ ਰਹਿਣ ਕਰਕੇ ਹੀ ਪਿਆ ਹੋਏਗਾ, ਕਿਉਂਕਿ ਆਂਧਰਾ ਪ੍ਰਦੇਸ਼ ਦੀ ਤੇਲਗੂ ਭਾਸ਼ਾ ਵਿੱਚ ਕੌਡੇ ਸ਼ਬਦ ਦਾ ਅਰਥ ਪਹਾੜ ਹੁੰਦਾ ਹੈ। ਇਸੇ ਤਰ੍ਹਾਂ ਸੱਜਣ ਠੱਗ, ਦੇਵਲੋਕ, ਬੰਗਾਲ ਦੀ ਜਾਦੂਗਰਨੀ ਤੇ ਹੋਰ ਅਨੇਕਾਂ ਜਿਹੜੇ ਅਸਾਮ, ਬੰਗਾਲ, ਉੜੀਸਾ, ਲੰਕਾ, ਤਿੱਬਤ, ਚੀਨ ਤੇ ਹੋਰ ਕਈ ਮੁਸਲਿਮ ਦੇਸ਼ਾਂ ਵਿੱਚ ਸਨ, ਉਹੀ ਗੁਰੂ ਸਾਹਿਬ ਦੇ ਚਰਨੀ ਲੱਗ ਕੇ ਸਿੱਖ ਬਣ ਗਏ ਸਨ ਤੇ ਉਹਨਾਂ ਦੇ ਆਉਣ ਵਾਲੇ ਖਾਨਦਾਨਾਂ 'ਚ ਸਿੱਖੀ ਪ੍ਰਫੁੱਲਤ ਹੋ ਕੇ ਵੱਧਦੀ ਰਹੀ ਸੀ। ਮਹਾਰਾਸ਼ਟਰ ਤੇ ਆਂਧਰਾ ਦੇ ਨਾਇਕ ਲੋਕ, ਇਰਾਕ ਤੇ ਅਫਗਾਨਿਸਤਾਨ ਦੇ ਕੁਝ ਕਬੀਲੇ ਸਭ ਦੇ ਅੱਜ-ਕੱਲ੍ਹ ਵੀ ਪੱਕੇ ਸਬੂਤ ਹਨ। ਲਾਹੌਰ ਦਾ ਵਣਜਾਰਾ ਵਪਾਰੀ ਭਾਈ ਮਨਸੁਖ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਸਿੱਖ ਸਜਿਆ ਸੀ। ਉਹਨੇ ਆਪਣੇ ਲਾਹੌਰ ਵਾਲੇ ਕੰਮ ਨੂੰ ਵਧਾ ਕੇ ਲੰਕਾ ਤੱਕ ਕਾਰੋਬਾਰ ਫੈਲਾ ਲਿਆ ਤੇ ਆਪਣੇ ਕਾਰੋਬਾਰ ਦੇ ਨਾਲ-ਨਾਲ ਉਹਨੇ ਸਿੱਖੀ ਦਾ ਪ੍ਰਚਾਰ ਵੀ ਕੀਤਾ। ਭਾਈ ਮਨਸੁਖ ਨੇ ਗੁਰੂ ਨਾਨਕ ਪਿਤਾ ਨੂੰ ਸ੍ਰੀ ਲੰਕਾ ਜਾਣ ਲਈ ਕਿਹਾ। ਲੰਕਾ ਦਾ ਰਾਜਾ ਸ਼ਿਵਨਾਗ ਗੁਰੂ ਸਾਹਿਬ ਤੇ ਸਿੱਖੀ ਤੋਂ ਬਹੁਤ ਪ੍ਰਭਾਵਿਤ ਹੋਇਆ। ਗੁਰੂ ਨਾਨਕ ਦੇਵ ਜੀ ਵੱਲੋਂ ਚਲਾਇਆ ਗਿਆ ਸਿਲਸਿਲਾ ਅਗਲੀਆਂ ਪਾਤਸ਼ਾਹੀਆਂ ਤੱਕ ਚੱਲਦਾ ਰਿਹਾ। ਕਾਬਲੀ ਸੰਗਤ, ਬਨਾਰਸੀ ਸੰਗਤ, ਅਗਰਹਾਰੀ ਸਿੱਖ, ਕਸ਼ਮੀਰੀ ਸਿੱਖ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਆਉਂਦਾ ਹੈ। ਪ੍ਰਸਿੱਧ ਬੰਗਾਲੀ ਵਿਦਵਾਨ ਡਾਕਟਰ ਹਿਮਾਦਰੀ ਬੈਨਰਜੀ ਵੱਲੋਂ ਛਪੀ ਪੁਸਤਕ ਦ ਅਦਰ ਸਿੱਖਸ ਵਿੱਚ ਹੋਰ ਸਿੱਖਾਂ ਤੋਂ ਇਲਾਵਾ ਅਸਾਮੀ ਸਿੱਖਾਂ ਦਾ ਜ਼ਿਕਰ ਹੈ, ਜੋ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਅਸਾਮ ਫੇਰੀ ਵੇਲੇ ਸਿੱਖ ਸਜੇ ਸਨ। ਪਿੱਛੇ ਜਿਹੇ ਜਦੋਂ ਅਗਰਵਾਲ ਸਮਾਜ ਨੇ ਆਪਣੇ ਪੁਰਖੇ ਅਗਰਸੇਨ ਦੀ ਰਾਜਧਾਨੀ ਅਗਰੋਹੀ ਦਾ ਪੁਨਰ ਨਿਰਮਾਣ ਕੀਤਾ ਤਾਂ ਉੱਥੇ ਵੱਡੀ ਗਿਣਤੀ 'ਚ ਅਗਰਹਾਰੀ ਸਿੱਖ ਵੀ ਸ਼ਾਮਲ ਹੋਏ। ਇਹ ਸਿੱਖ 9ਵੇਂ ਪਾਤਸ਼ਾਹ ਵੇਲੇ ਸਿੱਖੀ 'ਚ ਸ਼ਾਮਲ ਹੋਏ ਸਨ। ਇਸੇ ਤਰ੍ਹਾਂ ਮਹਾਰਾਜਾ ਪ੍ਰਤਾਪ ਨੂੰ ਔਖੇ ਵੇਲੇ ਮਾਇਕ ਸਹਾਇਤਾ ਦੇਣ ਵਾਲਾ ਸੇਠ ਭਾਮ ਸ਼ਾਹ ਇੱਕ ਉਦਾਸੀ ਸਿੱਖ ਸੀ। ਗੁਰੂ ਨਾਨਕ ਸਾਹਿਬ ਨੇ ਇਹਨਾਂ ਸਭ ਸਥਾਨਾਂ ਤੇ ਸੰਗਤਾਂ ਤੇ ਸੰਸਥਾਵਾਂ ਕਾਇਮ ਕੀਤੀਆਂ, ਜਿਨ੍ਹਾਂ ਨੂੰ ਨਾਨਕ ਪੰਥੀ ਕਿਹਾ ਜਾਣ ਲੱਗ ਪਿਆ। ਸ਼੍ਰੋਮਣੀ ਕਮੇਟੀ ਨੇ ਇਹਨਾਂ ਸਾਰੀਆਂ ਸੰਸਥਾਵਾਂ ਦੀ ਨਾਨਕ ਪੰਥੀ ਸੂਚੀ ਤਿਆਰ ਕਰਕੇ ਛਾਪੀ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਸਤੰਬਰ 1969 ਅੰਕ ਵਿੱਚ ਸਿੰਘ ਸਾਹਿਬ ਗਿਆਨੀ ਫੌਜਾ ਸਿੰਘ ਜੀ ਵੱਲੋਂ ਛਪੇ ਲੇਖ ਵਿੱਚ ਦਰਸਾਇਆ ਗਿਆ ਕਿ ਅੱਧਾ ਬਿਹਾਰ ਉਦਾਸੀ ਸੰਪਰਦਾ ਦਾ ਨਾਨਕ ਪੰਥੀ ਹੁੰਦਾ ਸੀ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਉਦਾਸੀ ਸੰਪਰਦਾ ਨਾਲ ਸੰਬੰਧਿਤ ਸਨ। ਇਸ ਸੂਚੀ ਨੂੰ ਇਸ ਪੁਸਤਕ ਵਿੱਚ ਪਹਿਲੇ ਲੇਖ ਵਜੋਂ ਛਾਪਿਆ ਜਾ ਰਿਹਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਿਕਲੀਗਰ, ਬੰਜਾਰੇ, ਲੁਬਾਣੇ, ਸਿੰਧੀ, ਉਦਾਸੀ, ਸਤਨਾਮੀ ਤੇ ਹੋਰ ਸਿੱਖਾਂ ਦੇ ਜੀਵਨ, ਅਜੋਕੇ ਹਾਲਾਤ, ਉਹਨਾਂ ਦੀ ਪੁਕਾਰ ਤੇ ਉਹਨਾਂ ਦੀ ਤਰੱਕੀ ਦੇ ਤੇ ਸਿੱਖ ਮੁੱਖ ਧਾਰਾ 'ਚ ਸ਼ਾਮਲ ਕਰਨ 'ਚ ਹਿੱਤ ਉਦਮਾਂ ਦਾ ਵਿਸਥਾਰ ਨਾਲ ਵੇਰਵਾ ਇਸ ਪੁਸਤਕ ਵਿੱਚ ਵੱਖ-ਵੱਖ ਲਿਖਾਰੀਆਂ ਨੇ ਬੜੀ ਸ਼ਿੱਦਤ ਨਾਲ ਕੀਤਾ। ਪਿਛਲੇ 5 ਦਹਾਕਿਆਂ ਦੇ ਵੱਖ-ਵੱਖ ਸਮੇਂ ਲਿਖੇ ਲੇਖ ਅੱਜ ਵੀ ਹਾਲਾਤਾਂ ਦੀ ਪੂਰੀ ਤਰਜਮਾਨੀ ਕਰਦੇ ਹਨ। ਸਾਡੀ ਬੇਨਤੀ ਹੈ ਕਿ ਹੁਣ ਹੋਰ ਬਿਨਾਂ ਸਮਾਂ ਗਵਾਏ ਸਾਰੇ ਨਾਨਕ ਪੰਥੀਆਂ ਦੀ ਸੇਵਾ ਭਾਵ ਨੂੰ ਮੁੱਖ ਰੱਖ ਕੇ ਸਮਾਜਿਕ ਤੇ ਵਿਦਿਅਕ ਪੱਖੋਂ ਕਮਜ਼ੋਰ ਵਰਗਾਂ ਨੂੰ ਤਰੱਕੀ ਦੇ ਰਾਹ ਪਾਉਣ ਲਈ ਯੋਜਨਾਬੱਧ ਸਾਂਝੇ ਰੂਪ 'ਚ ਉਪਰਾਲੇ ਕਰਨੇ ਚਾਹੀਦੇ ਹਨ। ਸਰਦਾਰ ਮਹਿੰਦਰ ਸਿੰਘ ਜੋਸ਼ ਨੇ ਆਪਣੇ ਇੱਕ ਲੇਖ 'ਚ ਲਿਖਿਆ ਹੈ, ਦੂਜਿਆਂ ਮੱਤ ਵਾਲਿਆਂ ਦੀ ਕਲਮ ਮਿਰਜ਼ਾ ਗੁਲਾਮ ਅਹਿਮਦ ਕਾਦੀਆਂ ਇਹ ਮੰਨਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ 3 ਕਰੋੜ ਦੇ ਲਗਭਗ ਲੋਕਾਂ ਨੂੰ ਖੁਦ ਗੁਰੂ ਵਾਲਾ ਬਣਾਇਆ। ਲੇਖਕ ਤੇ ਖੋਜੀ ਇਤਿਹਾਸਕਾਰ ਡਾਕਟਰ ਦਲਵਿੰਦਰ ਸਿੰਘ ਗਰੇਵਾਲ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਸੱਗੂ ਦੇ ਛਪੇ ਲੇਖਾਂ 'ਚ ਜ਼ਿਕਰ ਹੈ ਕਿ ਨਾਨਕ ਪੰਥੀਆਂ ਦੀ ਗਿਣਤੀ 12 ਕਰੋੜ ਹੈ। ਸਿਕਲੀਗਰਾਂ ਤੇ ਡਾਕਟਰੇਟ ਕਰਨ ਵਾਲੀ ਪਹਿਲੀ ਸਕਾਲਰ ਡਾਕਟਰ ਹਰਪ੍ਰੀਤ ਕੌਰ ਖੁਰਾਣਾ ਇਹਨਾਂ ਦੀ ਗਿਣਤੀ 15 ਕਰੋੜ ਦੱਸਦੀ ਹੈ। ਭਾਈ ਕਾਨ ਸਿੰਘ ਨਾਭਾ ਦੇ ਰਚਿਤ ਮਹਾਨ ਕੋਸ਼ ਵਿੱਚ ਨਾਨਕ ਪੰਥੀ ਸ਼ਬਦ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਗਈ ਹੈ, ਨਾਨਕ ਪੰਥੀ ਸਤਿਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ ਤੁਰਨ ਵਾਲਾ ਗੁਰਸਿੱਖ ਹੈ। ਗੁਰੂ ਨਾਨਕ ਪੰਥੀਆਂ ਵਿੱਚ ਭਾਵੇਂ ਬਹੁਤ ਫਿਰਕੇ ਇਸ ਵੇਲੇ ਵੇਖੇ ਜਾਂਦੇ ਹਨ, ਪਰ ਮੁੱਖ 3 ਹੀ ਹਨ, ਅਰਥਾਤ ਉਦਾਸੀ, ਸਹਿਜਧਾਰੀ ਤੇ ਸਿੰਘ, ਜਿਨ੍ਹਾਂ 'ਚ ਨਿਹੰਗ, ਨਿਰਮਲੇ, ਕੂਕੇ ਆਦਿ ਸ਼ਾਮਲ ਹਨ। ਜਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤਾਂ ਉਸ ਸਮੇਂ ਸਜੇ ਦੀਵਾਨ 'ਚ ਦੂਰ ਦਰਾਡੇ ਤੋਂ ਸਿੱਖ ਸੰਗਤਾਂ ਨੇ ਹਿੱਸਾ ਲਿਆ। ਉਸ ਸਮੇਂ ਸਜੇ 5 ਪਿਆਰਿਆਂ ਦਾ ਵੇਰਵਾ ਇਸ ਪ੍ਰਕਾਰ ਹੈ। ਲਾਹੌਰ ਤੋਂ ਭਾਈ ਦਇਆ ਸਿੰਘ, ਹਸਤਨਾਪੁਰ ਯੂਪੀ ਤੋਂ ਭਾਈ ਧਰਮ ਸਿੰਘ, ਗੁਜਰਾਤ ਤੋਂ ਭਾਈ ਮੁਕਮ ਸਿੰਘ, ਜਗਨਨਾਥਪੁਰੀ ਉੜੀਸਾ ਤੋਂ ਭਾਈ ਹਿੰਮਤ ਸਿੰਘ ਜੀ ਤੇ ਬਿਦਰ ਕਰਨਾਟਕਾ ਤੋਂ ਭਾਈ ਸਾਹਿਬ ਸਿੰਘ ਜੀ।
ਸਿੱਖ ਕੌਮ ਦੀ ਫੁਲਵਾੜੀ ਦਾ ਘੇਰਾ ਵਧਾਉਣ ਦੀ ਜ਼ਰੂਰਤ ਹੈ। ਗੁਰੂ ਨਾਨਕ ਨਾਮ ਲੇਵਾ ਵੱਲ ਸਮੁੱਚੀ ਕੌਮ ਨੂੰ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਕਿਸੇ ਬਾਗ 'ਚ 5 ਜਾਂ 10 ਦਰਖਤ ਹੋ ਸਕਦੇ ਹਨ, ਪਰ ਨਰਸਰੀਆਂ ਵਿੱਚੋਂ ਸੈਂਕੜੇ ਕਿਸਮਾਂ ਦੇ ਬੂਟੇ ਲਿਆ ਕੇ ਬਾਗਾਂ ਨੂੰ ਹਰਿਆ ਭਰਿਆ ਕੀਤਾ ਜਾ ਸਕਦਾ ਹੈ। ਅਜੋਕੇ ਸਮੇਂ ਸਿਕਲੀਗਰ, ਵਣਜਾਰੇ, ਸਤਨਾਮੀ, ਸਿੰਧੀ, ਉਦਾਸੀ, ਨਿਰਮਲੇ, ਰਮਈਏ, ਜੌਹਰੀ, ਅਗਰਹਾਰੀ, ਨਾਨਕ ਪੰਥੀਆਂ ਦੇ ਰੂਪ 'ਚ ਸਿੱਖ ਕੌਮ ਦੀ ਵਡਮੁੱਲੀ ਪਨੀਰੀ ਨਰਸਰੀ ਦੇ ਬੂਟੇ ਹੀ ਹਨ। ਜੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਯਾਦ ਨੂੰ ਸਮਰਪਿਤ ਹੋ ਕੇ ਉਪਰੋਕਤ ਦੱਸੇ ਅਣਗੌਲੇ ਨਾਨਕ ਪੰਥੀਆਂ ਦੀ ਸਾਰ ਲਈ ਜਾਵੇ, ਇਸ ਨਾਲ ਸਿੱਖ ਕੌਮ ਦਾ ਭਵਿੱਖ ਸੁਨਹਿਰਾ ਹੋਵੇਗਾ। ਕੋਵਿਡ-19 ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕੌਮ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਗੁਰਦੁਆਰਾ ਸਾਹਿਬਾਨ ਨੇ ਜਿਸ ਤਨਦੇਹੀ ਨਾਲ ਦੂਰ ਦੁਰਾਡੇ ਸਿਕਲੀਗਰ ਵਣਜਾਰੇ ਪਰਿਵਾਰਾਂ ਦੀ ਬਾਂਹ ਫੜੀ ਹੈ, ਉਸ ਨਾਲ ਇੰਝ ਜਾਪਦਾ ਹੈ ਕਿ ਦੋਨੋਂ ਵਰਗਾਂ 'ਚ ਪਿਆ ਖਲਾ ਖਤਮ ਹੋ ਗਿਆ। ਇਹ ਇੱਕ ਬਹੁਤ ਵੱਡਾ ਉਪਰਾਲਾ ਹੋਇਆ ਹੈ। ਜਥੇਬੰਦੀਆਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਤੇ ਇਹਨਾਂ ਕਮਜ਼ੋਰ ਵਰਗਾਂ ਨੂੰ ਇਹ ਸਮਝ ਆ ਗਈ ਕਿ ਸਾਡਾ ਪੇਕਾ ਬਹੁਤ ਤਗੜਾ ਹੈ, ਕੌਮ ਸਾਡੇ ਨਾਲ ਹੈ, ਬਹੁਤ ਹੀ ਸ਼ਲਾਘਾ ਭਰਪੂਰ ਹੋਇਆ ਹੈ, ਜਿਸ ਤੇ ਅੱਗੇ ਵੱਧ ਹੋਰ ਕਦਮ ਪੁੱਟਦੇ ਰਹਿਣ ਦੀ ਆਸ ਮਜ਼ਬੂਤ ਹੋਈ ਹੈ। ਦਾਸ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, ਚੰਡੀਗੜ੍ਹ ਸਿੱਖ ਕੌਂਸਲ ਆਫ ਸਕਾਟਲੈਂਡ ਤੇ ਗੁਰੂ ਅੰਗਦ ਦੇਵ ਵਿਦਿਅਕ ਤੇ ਭਲਾਈ ਕੌਂਸਲ ਲੁਧਿਆਣਾ ਦੇ ਸਮੂਹ ਮੈਂਬਰ ਸਾਹਿਬਾਨ ਦਾ ਧੰਨਵਾਦੀ ਹੈ, ਜਿਨ੍ਹਾਂ ਨੇ ਆਪਣਾ ਆਸ਼ੀਰਵਾਦ ਦਿੱਤਾ ਹੈ। ਦਾਸ ਰਿਣੀ ਹੈ ਸਮੂਹ ਵਿਦਵਾਨ ਲੇਖਕਾਂ ਦਾ, ਜਿਨ੍ਹਾਂ ਨੇ ਪੁਸਤਕ 'ਚ ਆਪਣੇ ਵਡਮੁੱਲੇ ਲੇਖ ਭੇਜ ਕੇ ਇਸ ਕਿਤਾਬ ਦਾ ਮੁੱਢ ਬੰਨ੍ਹਿਆ ਹੈ। ਸਮਾਜ ਭਲਾਈ ਦਾ ਕਾਰਜ ਤੇ ਭੁੱਲੇ ਵਿਸਰੇ ਭਰਾਵਾਂ ਨੂੰ ਜੋੜਨਾ ਇੱਕ ਵੱਡਾ ਬੀੜਾ ਹੈ, ਜੋ ਕਿ ਟੀਮ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ। ਕਰਮਜੀਤ ਸਿੰਘ ਔਜਲਾ, ਕਿਰਪਾਲ ਸਿੰਘ ਚੰਦਨ, ਡਾਕਟਰ ਜਸਵੰਤ ਸਿੰਘ, ਇੰਜੀਨੀਅਰ ਅਜੀਤ ਸਿੰਘ, ਕਰਨਲ JS ਮੁਲਤਾਨੀ, ਇੰਜੀਨੀਅਰ ਹਰਭਜਨ ਸਿੰਘ ਕੋਹਲੀ, ਇੰਜੀਨੀਅਰ ਦਵਿੰਦਰ ਸਿੰਘ USA, ਮਨਮੋਹਨ ਸਿੰਘ ਸੈਲਾਨੀ, ਹਰਭਜਨ ਸਿੰਘ ਲਾਲ, ਰਣਜੀਤ ਸਿੰਘ ਖਾਲਸਾ, ਡਾਕਟਰ ਹਰਪ੍ਰੀਤ ਕੌਰ ਖੁਰਾਨਾ, ਕਸ਼ਮੀਰ ਸਿੰਘ ਖਾਲਸਾ, ਸ਼੍ਰੀ ਜਗਦੀਸ਼ ਕੁਰੇ, ਪ੍ਰੋਫੈਸਰ ਜਗਮੋਹਨ ਸਿੰਘ, ਬੀਬੀ ਤਰਲੋਚਨ ਕੌਰ, ਜਗਮੋਹਨ ਸਿੰਘ ਗਿੱਲ ਕਲਕੱਤਾ, ਗੁਰਪ੍ਰੀਤ ਸਿੰਘ ਚੱਡਾ ਤੇ ਡਾਕਟਰ ਵਾਸਨ ਸਿੰਘ ਰਾਏਪੁਰ ਦੇ ਸਾਥ ਤੇ ਮਿਲਵਰਤਨ ਨਾਲ ਹੀ ਇਹ ਵਡਮੁੱਲਾ ਕਾਰਜ ਸਿਰੇ ਚੜਿਆ। ਮੈਂ ਵਣਜਾਰਾ ਟਰਸਟ ਦੇ ਡਾਕਟਰ ਖੜਕ ਸਿੰਘ ਮਾਨ, ਸਰਦਾਰ ਮਹਿੰਦਰ ਸਿੰਘ, ਸਰਦਾਰ ਗੁਰਦੇਵ ਸਿੰਘ ਬਰਾੜ IAS ਰਿਟਾਇਰਡ ਤੇ ਸਰਦਾਰ ਕਿਰਪਾਲ ਸਿੰਘ ਢੱਟ ਨੂੰ ਆਪਣੇ ਹਿਰਦੇ 'ਚ ਖਾਸ ਜਗ੍ਹਾ ਦਿੰਦਾ ਹਾਂ। ਹਥਲੀ ਪੁਸਤਕ ਦੇ ਪ੍ਰਕਾਸ਼ਨ ਲਈ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਨੇ ਬੀੜਾ ਚੁੱਕ ਕੇ ਸਿੱਖ ਕੌਮ ਦੇ ਕਮਜ਼ੋਰ ਵਰਗਾਂ ਪਰਥਾਈ ਆਪਣੀ ਵਚਨਬੱਧਤਾ ਦਾ ਸਬੂਤ ਦਿੱਤਾ ਹੈ ਤੇ ਮੇਰੇ ਸਿਰ ਤੋਂ ਇੱਕ ਵੱਡਾ ਬੋਝ ਲਾ ਦਿੱਤਾ ਹੈ, ਜਿਹਦੇ ਲਈ ਮੈਂ ਸ਼ੁਕਰਗੁਜ਼ਾਰ ਹਾਂ। ਇਸ ਪੁਸਤਕ ਦਾ ਆਕਾਰ ਪੰਨਾ ਦਰ ਪੰਨਾ ਦਿੱਖ ਲਈ ਬਿਗ ਆਈਡੀਆਜ਼ ਦੀ ਟੀਮ ਤੇ ਗ੍ਰਾਫਿਕ ਡਿਜ਼ਾਈਨਰ ਹਰਵਿੰਦਰ ਸਿੰਘ ਦੀ ਮੁਸ਼ੱਕਤ ਬਿਨਾਂ ਮੁਮਕਿਨ ਨਹੀਂ ਸੀ, ਜਿਸ ਲਈ ਉਹਨਾਂ ਦਾ ਭਰਪੂਰ ਧੰਨਵਾਦ। ਪੁਸਤਕਾਂ ਦੇ ਰਚੈਤਾ 7 ਪੁਸਤਕਾਂ ਦੇ ਰਚੈਤਾ ਕੋਮਲ ਹਿਰਦੇ ਦੇ ਮਾਲਕ ਸਰਦਾਰ ਸਤਨਾਮ ਸਿੰਘ ਕੋਮਲ ਨੇ ਪੁਸਤਕ ਦੀ ਸੰਪਾਦਨਾ ਕਰਨ, ਪ੍ਰੂਫ ਰੀਡਿੰਗ ਕਰਨ, ਪੁਸਤਕ ਲਈ ਵੱਖ-ਵੱਖ ਵਿਦਵਾਨਾਂ ਤੋਂ ਵਡਮੁੱਲਾ ਖਜ਼ਾਨਾ ਪ੍ਰਾਪਤ ਕਰਨ ਵਿੱਚ ਮੁੱਖ ਸਲਾਹਕਾਰ ਦੇ ਫਰਜ਼ ਨਿਭਾਏ, ਜਿਹਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਏ ਥੋੜੀ ਹੈ। ਉਹਨਾਂ ਪੁਸਤਕ ਛਪਣ ਵਿੱਚ ਆਈਆਂ ਕਠਿਨਾਈਆਂ ਨੂੰ ਦੂਰ ਕੀਤਾ ਤੇ ਮਾਇਕ ਸਹਾਇਤਾ ਵੀ ਦਿੱਤੀ, ਜਿਨ੍ਹਾਂ ਦਾ ਦਾਸ ਸਦਾ ਰਿਣੀ ਰਹੇਗਾ। ਸਿਕਲੀਗਰਾਂ ਨੂੰ ਅਤ ਜ਼ਿਆਦਾ ਪਿਆਰ ਕਰਨ ਵਾਲੇ ਤੇ ਉਹਨਾਂ ਦੀ ਵਿੱਦਿਆ ਪਸਾਰ 'ਚ ਜੁਟੀ ਅਜ਼ੀਜ਼ ਪ੍ਰੋਫੈਸਰ ਜਗਮੋਹਨ ਸਿੰਘ ਦਾ ਇੱਕ ਕਿਤਾਬ ਦੀ ਤਰਤੀਬ, ਸਰੂਪ ਤੇ ਬਣਤਰ 'ਚ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਦਿਨ ਰਾਤ ਇੱਕ ਕਰਕੇ ਇਸ ਪੁਸਤਕ ਨੂੰ ਜੋ ਸੇਧ ਦਿੱਤੀ ਹੈ, ਉਸ ਲਈ ਮੈਂ ਸਦਾ ਧੰਨਵਾਦੀ ਰਹਾਂਗਾ। ਕਿਤਾਬ ਦੇ ਛਾਪਕ ਪ੍ਰਿੰਟਵੈਲ ਅੰਮ੍ਰਿਤਸਰ ਦੇ ਵੀ ਤਹਿ ਦਿਲੋਂ ਧੰਨਵਾਦੀ ਹਾਂ। ਅਖੀਰ 'ਚ ਮੇਰੀ ਸਿੰਘਣੀ ਤ੍ਰਿਪਤ ਕੌਰ ਦੇ ਸਹਿਯੋਗ ਬਿਨਾਂ ਇਹ ਕਾਰਜ ਪੂਰਾ ਨਹੀਂ ਸੀ ਹੋ ਸਕਦਾ, ਜਿਹਨੇ ਮੇਰਾ ਹਰ ਕਦਮ ਤੇ ਸਾਥ ਦਿੱਤਾ। ਗੁਰੂ ਚਰਨਾਂ 'ਚ ਅਰਦਾਸ ਤੇ ਅਰਜ਼ੋਈ ਕਰਦਾ ਕਿ ਸਮੁੱਚੀ ਕੌਮ ਗੁਰੂ ਨਾਨਕ ਦੇ ਹੁਕਮਾਂ ਤੇ ਚੱਲਦੇ ਹੋਏ ਗਰੀਬ ਤੇ ਭੁੱਲੇ ਵਿਸਰੇ ਵੀਰਾਂ ਨੂੰ ਗਲਵੱਕੜੀ 'ਚ ਲੈ ਪੰਥ ਦੀ ਚੜ੍ਹਦੀ ਕਲਾ ਵੱਲ ਉੱਦਮ ਕਰੇ। ਧੰਨਵਾਦ।
ਅਗਲਾ ਲੇਖ ਹੈ ਮੇਰਾ ਇੱਕ ਤਰਲਾ। ਲੇਖਕ ਹੈ ਭਾਈ ਨਿਰਮਲ ਸਿੰਘ ਖਾਲਸਾ। ਅੱਜ ਦਾ ਇਹ ਮੇਰਾ ਹੱਥਲਾ ਮੌਲਿਕ ਲੇਖ ਉਹਨਾਂ ਸਤਿਕਾਰਤ ਪੰਥਕ ਸਿੱਖ ਚਿੰਤਕਾਂ, ਉੱਚ ਸੰਸਥਾਵਾਂ ਦੇ ਸਰਬਰਾਹਾਂ, ਸਿੱਖ ਕੌਮ ਦੀ ਤਰਜਮਾਨੀ ਕਰ ਰਹੇ ਵਕਤੀ ਮਜ਼ਹਬੀ ਆਗੂਆਂ, ਗੁਰਮਤ ਸਿਧਾਂਤਾਂ ਉੱਤੇ ਪਹਿਰਾ ਦੇ ਰਹੇ ਡੇਰਾ ਮੁਖੀਆਂ, ਤਮਾਮ ਹੀ ਸਿੱਖ ਬੁੱਧੀਜੀਵੀਆਂ, ਵਿਦਵਾਨਾਂ, ਸਿੱਖ ਸਕਾਲਰਾਂ, ਗੁਰਸਿੱਖ ਅਖਬਾਰ ਨਵੀਸਾਂ, ਮੁੱਖ ਸੰਪਾਦਕਾਂ, ਗੁਰਮਤ ਸਿਧਾਂਤਾਂ ਦੇ ਅਲੰਬਰਦਾਰਾਂ, ਉੱਚ ਵਿੱਦਿਆ ਪ੍ਰਾਪਤ ਆਲਾ ਸਿੱਖ ਅਫਸਰਾਂ, IAS, IPS, IRS, PCS ਤੇ ਤਮਾਮ ਹੀ ਸਿੱਖ ਕੌਮ ਨਾਲ ਸੰਬੰਧਿਤ ਦੇਸ਼ ਵਿਦੇਸ਼ 'ਚ ਰਹਿ ਰਹੇ ਪੰਥ ਦਰਦੀਆਂ ਦੇ ਨਾਮ ਹੈ। ਮੈਂ ਕੋਈ ਵਿਦਵਾਨ ਜਾਂ ਕੋਈ ਵਿਸ਼ੇਸ਼ ਵਿਅਕਤੀ ਨਹੀਂ ਹਾਂ, ਸਿਰਫ ਇੱਕ ਨਿਮਾਣਾ ਗੁਰੂ ਦਾ ਕੀਰਤਨੀਆ ਹੋਣ ਕਰਕੇ ਇੱਕ ਤਰਲਾ ਤੇ ਗੁਜ਼ਾਰਿਸ਼ ਕਰਨ ਦਾ ਹੀਆ ਕਰ ਰਿਹਾ ਹਾਂ। ਮੇਰੀ ਕੋਈ ਔਕਾਤ ਨਹੀਂ ਹੈ ਕਿ ਮੈਂ ਉਪਰੋਕਤ ਸ਼ਖਸੀਅਤਾਂ ਜਾਂ ਸਮੁੱਚੀ ਸਿੱਖ ਕੌਮ ਨੂੰ ਕੋਈ ਨਸੀਹਤ ਜਾਂ ਸੇਧ ਦੇ ਸਕਾਂ। ਮੈਂ ਤਾਂ ਸਿਰਫ ਆਪਣੇ ਦਿਲ ਦੀ ਖੂਕ, ਤੜਪ, ਚੀਸ, ਪੁਕਾਰ ਤੇ ਸਿੱਖੀ ਪਿਆਰ ਦੇ ਅੰਦਰਲੇ ਜਜ਼ਬਾਤ ਨੂੰ ਆਪ ਜੀਆਂ ਤੀਕਰ ਪਹੁੰਚਾਉਣ ਦਾ ਇੱਕ ਕਿਣਕਾ ਮਾਤਰ ਯਤਨ ਕਰ ਰਿਹਾ। ਗੌਰ ਅਤੇ ਮਨਜ਼ੂਰ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਤੇ ਨਿਰਭਰ ਕਰਦਾ ਹੈ। ਅੱਜ ਦਾ ਮੇਰਾ ਮਸਲਾ ਇਹ ਹੈ ਕਿ ਮੌਜੂਦਾ ਵਕਤ ਅਸੀਂ ਕੀ ਕਰ ਰਹੇ ਹਾਂ, ਕਿੱਧਰ ਜਾ ਰਹੇ ਹਾਂ, ਕੀ ਹੋ ਰਿਹਾ ਹੈ, ਕੀ ਹੋਏਗਾ, ਕੀ ਕਰਨਾ ਹੈ ਤੇ ਕਿਉਂ ਕਰ ਰਹੇ ਹਾਂ। ਸਿੱਖ ਕੌਮ ਦੇ ਰਹਿਬਰ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦਾ ਮਿਸ਼ਨ ਪੈਗਾਮੇ ਮੁਹੱਬਤ ਸੀ, ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੀਕਰ ਲੰਮੇਰੇ ਸਮੇਂ ਤੱਕ ਸਿੱਖ ਕੌਮ ਨੂੰ ਗੁਰਮਤ ਸਿਧਾਂਤਾਂ ਉੱਤੇ ਪਹਿਰਾ ਦੇਣ ਲਈ ਰੂਹਾਨੀ ਤੇ ਸਮਾਜਿਕ ਗੁੜਤੀਆਂ ਦੀਆਂ ਲੋਰੀਆਂ ਹੀ ਦਿੰਦੇ ਰਹੇ ਨੇ। ਉਪਰੋਕਤ ਗੁਰੂ ਸਿਧਾਂਤਾਂ ਉੱਤੇ ਪਹਿਰਾ ਦਿੰਦਿਆਂ ਸਿੱਖੀ ਬਹੁਤ ਹੀ ਵਧੀ ਫੁੱਲੀ ਤੇ ਦੁਨੀਆ ਉੱਪਰ ਆਪਣੀ ਨਵੇਕਲੀ ਛਾਪ ਵੀ ਛੱਡੀ ਤੇ ਲੱਖਾਂ ਹੀ ਲੋਕਾਂ ਨੇ ਸਿੱਖੀ ਦੇ ਫਲਸਫੇ ਤੋਂ ਪ੍ਰਭਾਵਿਤ ਹੋ ਕੇ ਆਪਣੇ ਆਪਣੇ ਧਰਮਾਂ ਨੂੰ ਤਿਲਾਂਜਲੀ ਦਿੰਦਿਆਂ ਸਿੱਖ ਧਰਮ ਵਿੱਚ ਵੀ ਪ੍ਰਵੇਸ਼ ਕੀਤਾ। ਇਹ ਇੱਕ ਸੁਨਹਿਰੀ ਗੁਰੂ ਸਿਧਾਂਤ ਹੀ ਸੀ, ਜਿਸ ਨੇ ਕਿ ਮਨੂਵਾਦੀ ਬਸਤੀ ਵਿੱਚ ਰਹਿ ਰਹੀ ਦਬੀ ਕੁਚਲੀ ਹੋਈ ਮਨੁੱਖਤਾ ਨੂੰ ਬਰਾਬਰਤਾ ਦਾ ਅਹਿਸਾਸ ਦਿਵਾ ਕੇ ਵਿਤਕਰੇ ਅਤੇ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਇਆ। ਇਸ ਕ੍ਰਾਂਤੀਕਾਰੀ ਤੇ ਸਮਾਜਿਕ ਬਰਾਬਰਤਾ ਦੀ ਨੀਂਹ ਤਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ, ਭਾਈ ਲਾਲੋ ਜੀ ਤੇ ਅਨੇਕਾਂ ਹੀ ਦਬੇ ਕੁਚਲੇ ਲੋਕਾਂ ਨੂੰ ਨਾਲ ਲੈ ਕੇ ਪਹਿਲਾਂ ਹੀ ਰੱਖ ਦਿੱਤੀ ਸੀ। ਇਸ ਲੰਮੇਰੇ ਸਫ਼ਰ ਦੀ ਅੰਤਿਕਾ ਤੀਕਰ 10ਵੇਂ ਪਾਤਸ਼ਾਹ ਜੀ ਨੇ ਭਾਈ ਜੈਤਾ ਜੀ ਨੂੰ ਰੰਗਰੇਟੇ ਗੁਰੂ ਕੇ ਬੇਟੇ ਦਾ ਮਾਣ ਮੱਤਾ ਵਰ ਦੇ ਕੇ ਤੇ ਫਿਰ 5 ਪਿਆਰਿਆਂ ਨੂੰ ਪੰਚ ਪ੍ਰਧਾਨੀ ਦਾ ਸਿਰਮੌਰ ਅਹੁਦਾ ਦੇ ਕੇ ਨਿਵਾਜ਼ ਦਿੱਤਾ ਤੇ ਅੰਤ ਵਿੱਚ ਇੱਕ ਦੱਖਣੀ ਸਿੱਖ ਮਾਧੋਦਾਸ ਬੈਰਾਗੀ ਨੂੰ ਆਪਣੇ ਰੂਹਾਨੀ ਥਾਪੜੇ ਨਾਲ ਬੰਦਾ ਬਹਾਦਰ ਵਰਗਾ ਮਹਾਨ ਯੋਧਾ ਬਣਾ ਕੇ ਪਹਿਲੇ ਸਿੱਖ ਰਾਜ ਦੀ ਨੀਂਹ ਵੀ ਰੱਖ ਦਿੱਤੀ। ਜ਼ਿਕਰਯੋਗ ਹੈ ਕਿ ਇਸ ਪਲੇਠੇ ਸਿੱਖ ਰਾਜ ਦੇ ਬਾਨੀ, ਲਾਸਾਨੀ ਸੂਰਬੀਰ ਤੇ ਨਿਆਂ ਭਰਪੂਰ ਬਾਦਸ਼ਾਹੀ ਦੇ ਹਲੀਮੀ ਰਾਜ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਦੀਆਂ ਤੋਂ ਦਬੇ ਕੁਚਲੇ ਸਿੱਖਾਂ ਨੂੰ ਬਰਾਬਰਤਾ ਦਾ ਦਰਜਾ ਦਿੰਦਿਆਂ ਜਾਗੀਰਦਾਰੀ ਨਿਜ਼ਾਮ ਤੋਂ ਨਿਜ਼ਾਤ ਦਿਵਾ ਕੇ ਜ਼ਮੀਨੀ ਮਾਲਕਾਨਾ ਹੱਕ ਵੀ ਦੇ ਦਿੱਤੇ ਸਨ। ਇਹ ਇੱਕ ਸਿੱਖੀ ਸਿਧਾਂਤ ਦੀ ਦੁਪਹਿਰ, ਸੁਨਹਿਰਾ ਯੁੱਗ ਤੇ ਉੱਤਮ ਨਮੂਨਾ ਸੀ। ਗੁਰੂ ਦੇ ਲਾਡਲੇ ਸਿੱਖੋ, ਜ਼ਰਾ ਸੋਚੋ। ਸੱਚ ਦੱਸਣਾ ਕਿ ਜੇਕਰ ਸਾਡੇ ਮੁਤਾਬਕ ਸਿੱਖ ਕੌਮ ਵਿੱਚ ਕਿਸੇ ਜਾਤ ਪਾਤ ਜਾਂ ਊਚ ਨੀਚ ਲਈ ਥਾਂ ਹੀ ਨਹੀਂ ਤਾਂ ਫਿਰ ਇਹ ਜੱਟ, ਭਾਪੇ, ਚੀਂਬੇ, ਨਾਈ, ਮਰਾਸੀ, ਤਰਖਾਣ, ਕੰਬੋਜ, ਖੱਤਰੀ, ਝਿਉਰ, ਮਜਬੀ, ਚਮਾਰ, ਰਵਿਦਾਸੀਏ, ਕੁਮਾਰ, ਸੈਣੀ ਆਦਿ ਕਿਉਂ ਆ? ਜ਼ਰਾ ਕੁ 550 ਸਾਲ ਪਿਛਾਂਹ ਨੂੰ ਜਾ ਕੇ ਵਿਚਾਰ ਕਰਦਿਆਂ ਝਾਤੀ ਮਾਰੀਏ ਕਿ ਸਿੱਖ ਕੌਮ ਦੇ ਪਹਿਲੇ ਰਹਿਬਰ ਗੁਰੂ ਨਾਨਕ ਦੇਵ ਜੀ ਨੇ ਤਾਂ ਨੀਂਹ ਹੀ ਜਾਤ ਪਾਤ ਤੋਂ ਰਹਿਤ ਹੋ ਕੇ ਰੱਖੀ ਸੀ। ਉਹਨਾਂ ਦਾ ਪਹਿਲਾ ਸਿੱਖ ਭਾਈ ਮਰਦਾਨਾ ਜੀ ਸੀ, ਜੋ ਕਿ ਗੁਰੂ ਸਾਹਿਬ ਦੇ ਅੰਗ ਸੰਗ ਤਾਬਿਆ 'ਚ ਰਹਿੰਦੇ ਸਨ। ਗੁਰੂ ਸਾਹਿਬ ਮਰਦਾਨਾ ਜੀ ਨੂੰ ਭਾਈ ਆਖਦੇ ਸਨ। ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੇ ਸੇਵਾਦਾਰ, ਹਮਰਾਜ, ਸਾਥੀ, ਮਿੱਤਰ, ਦੋਸਤ, ਰਾਗੀ, ਰਬਾਬੀ ਤੇ ਕੀਰਤਨੀ ਵੀ ਸਨ। ਤਕਰੀਬਨ 50 ਸਾਲ ਤੱਕ ਭਾਈ ਮਰਦਾਨਾ ਜੀ ਨੂੰ ਅੰਤਾਂ ਦਾ ਪਿਆਰ ਕੀਤਾ। ਇੱਥੋਂ ਤੱਕ ਕਿ ਭਾਈ ਮਰਦਾਨਾ ਜੀ ਨੇ ਆਪਣੇ ਆਖਰੀ ਸਵਾਸ ਵੀ ਗੁਰੂ ਸਾਹਿਬਾਂ ਦੀ ਮੁਕੱਦਸ ਗੋਦ 'ਚ ਹੀ ਤਿਆਗੇ ਸਨ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਭਾਈ ਮਰਦਾਨਾ ਜੀ ਤੋਂ ਬਾਅਦ ਉਦਾਸੀਆਂ ਤਿਆਗ ਕੇ ਕਰਤਾਰਪੁਰ ਸਾਹਿਬ ਆ ਕੇ ਹੱਥੀਂ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਮੇਰੇ ਕਹਿਣ ਤੋਂ ਭਾਵ ਹੈ ਕਿ ਭਾਈ ਮਰਦਾਨਾ ਜੀ ਗੁਰੂ ਸਾਹਿਬਾਂ ਦੇ ਪਹਿਲੇ ਸਿੱਖ ਆਖੇ ਜਾਂਦੇ ਨੇ, ਪਰ ਕੀ ਅਸੀਂ ਭਾਈ ਮਰਦਾਨਾ ਜੀ ਨੂੰ ਸਿੱਖ ਮੰਨ ਲਿਆ?
ਜੇਕਰ ਮੰਨ ਲਿਆ ਤੇ ਫਿਰ ਭਾਈ ਮਰਦਾਨਾ ਜੀ ਨੂੰ ਅਜੇ ਤੀਕਰ ਵੀ ਮਰਾਸੀ, ਡੂਮ, ਡਰਪੋਕ, ਭੁੱਖਾ ਪਿਆਸਾ, ਲਾਲਚੀ ਆਦਿ ਕਿਉਂ ਕਿਹਾ ਜਾਂਦਾ ਹੈ? ਇਹ ਕੁਤਾਹੀ ਤੇ ਗੁਸਤਾਖੀ ਭਰੇ ਬੋਲ ਕੁਝ ਕਿਤਾਬਾਂ ਵਿੱਚ ਤੇ ਕੁਝ ਕੁ ਜਾਤ ਅਭਿਮਾਨੀ ਪ੍ਰਚਾਰਕ ਸਾਹਿਬਾਨ ਸਟੇਜਾਂ ਉੱਤੇ ਵੀ ਕਹਿੰਦੇ ਸੁਣੇ ਜਾ ਸਕਦੇ ਨੇ। ਕੀ ਭਾਈ ਸਾਹਿਬ ਉੱਤੇ ਗੁਰੂ ਸਾਹਿਬਾਨ ਦੇ ਰੂਹਾਨੀ ਤੇ ਨੂਰਾਨੀ ਮਿਸ਼ਨ ਦਾ ਕੋਈ ਅਸਰ ਨਹੀਂ ਹੋਇਆ? ਸੋ ਮੈਂ ਅਧੀਨਗੀ ਨਾਲ ਪੁੱਛਣਾ ਚਾਹੁੰਦਾ ਕਿ ਅਜਿਹੇ ਲੋਕ ਇਸ ਪਹਿਲੇ ਸਿੱਖ ਭਾਈ ਮਰਦਾਨੇ ਨੂੰ ਪਲੇਠਾ ਸਿੱਖ ਮੰਨਦੇ ਹਨ? ਜੇਕਰ ਅਸੀਂ ਮੰਨਦੇ ਹਾਂ ਤਾਂ ਕੀ ਫਿਰ ਭਾਈ ਮਰਦਾਨੇ ਜੀ ਨੂੰ ਮਰਾਸੀ ਆਖਣਾ ਜਾਇਜ਼ ਹੈ? ਕਿ ਸਿੱਖ ਭਾਈ ਮਰਦਾਨਾ ਜੀ ਨੂੰ ਸਤਿਕਾਰ ਦੀ ਨਜ਼ਰ ਨਾਲ ਤੱਕਦੇ ਹਨ? ਤੇ ਕੀ ਮਰਦਾਨੇ ਕਿਆ ਨਾਲ ਸਾਡੀ ਰੋਟੀ ਬੇਟੀ ਦੀ ਸਾਂਝ ਹੈ? ਮੈਨੂੰ ਮਾਫ ਕਰ ਦੇਣਾ, ਜੇਕਰ ਭਾਈ ਮਰਦਾਨਾ ਜੀ ਸਿੱਖ ਹੈ ਤਾਂ ਕੀ ਅਸੀਂ ਸਭ ਸਿੱਖ ਅਖਵਾਉਣ ਦੇ ਹੱਕਦਾਰ ਹਾਂ? ਕੀ ਭਾਈ ਲਾਲੋ ਵਰਗੇ ਸਿਦਕੀ, ਸੰਤੋਖੀ, ਕਿਰਤੀ ਤੇ ਗਰੀਬੜੇ ਸਿੱਖ ਨੂੰ ਅਸੀਂ ਬਣਦਾ ਮਾਣ ਸਤਿਕਾਰ ਦਿੱਤਾ ਹੈ? ਸਿੱਖ ਕੌਮ ਦੇ ਵਾਰਸੋ, ਜਿਵੇਂ ਅਸੀਂ ਪਹਿਲੇ ਸਿੱਖ ਭਾਈ ਮਰਦਾਨਾ ਜੀ ਨੂੰ ਅੱਖੋਂ ਪਰੋਖੇ ਕਰ ਰਹੇ ਹਾਂ, ਇੰਜੀ ਕੀ ਅਸੀਂ ਅਜੇ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਅਤ ਨਜ਼ਦੀਕੀ ਅਰਦਲੀਏ ਵਿਸ਼ਵਾਸ ਪਾਤਰ ਗੁਰੂ ਪਰਿਵਾਰ ਨੂੰ ਸਮਰਪਿਤ ਮਹਾਨ ਸੂਰਬੀਰ ਤੇ ਯੋਧੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲਿਆਉਣ ਵਾਲੇ ਇੱਕੋ ਇੱਕ ਸਿੱਧਕੀ ਸਿੱਖ ਰੰਗਰੇਟੇ ਗੁਰੂ ਕੇ ਬੇਟੇ ਨਾਲ ਨਵਾਜੇ ਭਾਈ ਜੈਤਾ ਜੀ ਜੀਵਨ ਸਿੰਘ ਨੂੰ ਪਹਿਲਾ ਸਿੱਖ ਮੰਨ ਲਿਆ? ਜਿਸ ਸ਼ਖਸ ਨੂੰ ਗੁਰੂ ਜੀ ਨੇ ਆਪਣਾ ਬੇਟਾ ਆਖੇ ਵਡਿਆਇਆ ਤੇ ਖਿਤਾਬ ਦਿੱਤਾ ਹੋਵੇ ਕਿ ਉਹਦੇ ਵਾਰਸਾਂ ਨਾਲ ਤਮਾਮ ਸਿੱਖਾਂ ਵੱਲੋਂ ਰੋਟੀ ਬੇਟੀ ਦੀ ਸਾਂਝ ਰੱਖੀ ਗਈ ਹੈ। ਅਫਸੋਸ ਕਿ ਅਜਿਹਾ ਬਹੁਤ ਹੀ ਘੱਟ ਹੋਇਆ, ਪਰ ਵਾਹ, ਫਿਰ ਵੀ ਅਸੀਂ ਗੁਰੂ ਦੇ ਸਿੱਖ ਹਾਂ। ਇੱਕ ਗੱਲ ਇਸ ਸੱਚਾਈ ਨੂੰ ਪੱਲੇ ਬੰਨ੍ਹ ਲਈਏ ਕਿ ਜਿੰਨਾ ਚਿਰ ਅਸੀਂ ਭਾਈ ਜੀਵਨ ਸਿੰਘ ਨੂੰ ਬਣਦਾ ਮਾਣ ਸਨਮਾਨ ਦੇ ਕੇ ਤੇ ਰੋਟੀ ਬੇਟੀ ਦੀ ਸਾਂਝ ਨਹੀਂ ਕਰਦੇ, ਭੁੱਲ ਜਾਈਏ ਕਿ ਸਾਡੇ ਉੱਤੇ ਗੁਰੂ ਦੀ ਬਖਸ਼ਿਸ਼ ਹੋ ਜਾਏਗੀ। ਖੈਰ, ਇਹ ਗੱਲ ਤਾਂ ਸੀ ਬੀਤੇ ਸਮੇਂ ਦੀ, ਜਿਸ ਤੋਂ ਅਸੀਂ ਅਜੇ ਵੀ ਸਬਕ ਨਹੀਂ ਸਿੱਖਿਆ। ਪਰ ਹੁਣ ਕਿਹੜਾ ਸਿੱਖ ਮਿਲਦਾ ਹੈ? 21ਵੀਂ ਸਦੀ 'ਚ ਅਸੀਂ ਗੁਰੂ ਸਿਧਾਂਤਾਂ ਤੋਂ ਅਜੇ ਕੋਹਾਂ ਦੂਰ ਹਾਂ। ਜ਼ਰਾ ਗੌਰ ਨਾਲ ਨਜ਼ਰ ਮਾਰੋ ਆਪਣੇ ਚਾਰ ਚੁਫੇਰੇ ਕਿ ਮੌਜੂਦਾ ਸਮੇਂ ਵੀ ਕਈ ਜਾਤ ਅਭਿਮਾਨੀ ਡੇਰਿਆਂ 'ਚ ਜਾਤ ਪਾਤ ਦਾ ਕੋਡ ਸਿਖਰਾਂ ਤੇ ਹੈ। ਇਸੇ ਹੀ ਪੰਜਾਬ ਅੰਦਰ ਗੁਰੂਆਂ ਦੀ ਪਾਕ ਸਰਜ਼ਮੀ ਵਿੱਚ ਕਿੰਨੇ ਹੀ ਗੁਰੂ ਘਰਾਂ 'ਚ ਸਿੱਖ ਨਾਲ ਹੀ ਵਿਤਕਰਾ ਕਰਦਾ ਨਜ਼ਰ ਆ ਰਿਹਾ। ਭਲਾ ਉਹ ਕਿਹੜਾ ਮਹਾਂਪੁਰਸ਼ ਹੈ ਜਿਹੜਾ ਕਿ ਗੁਰੂ ਸਾਹਿਬਾਨਾਂ ਤੋਂ ਵੀ ਸਿਰਮੌਰ ਹੋਵੇ? ਇੱਥੋਂ ਤੱਕ ਕਿ ਸਿੱਖ ਕੌਮ 'ਚ ਹੁਣ ਅੰਮ੍ਰਿਤ ਛਕਾਉਣ ਦੀ ਵਿਧੀ ਤੇ ਮਰਿਆਦਾ ਵੀ ਇੱਕ ਨਹੀਂ ਰਹੀ। ਜੇ ਸਿੱਖ ਪੰਥ ਦੇ ਸਿਰਮੌਰ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉੱਚੀ ਸੁੱਚੀ ਮਰਿਆਦਾ ਸੀ, ਐਨ ਉਹਦੇ ਉਲਟ ਕਿੰਨੇ ਹੀ ਡੇਰੇ ਤੇ ਸੰਸਥਾਵਾਂ ਮੌਜੂਦ ਹਨ ਜਿੱਥੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਜਾਤ ਪੁੱਛ ਕੇ ਹੁਕਮ ਕੀਤਾ ਜਾਂਦਾ ਹੈ ਕਿ ਚੌਥੇ ਪੌੜੇ ਵਾਲੇ ਅਲੱਗ ਕਤਾਰ 'ਚ ਖੜੇ ਹੋ ਜਾਣ ਤੇ ਫਿਰ ਉਹਨਾਂ ਨੂੰ ਅੰਮ੍ਰਿਤ ਵੀ ਅਲੱਗ ਬਾਟੇ 'ਚ ਹੀ ਛਕਾਇਆ ਜਾਂਦਾ ਹੈ। ਕਿ ਇਹਨਾਂ ਨੂੰ ਗੁਰੂ ਸਾਹਿਬ ਤਰਫੋਂ ਚਲਾਈ ਹੋਈ ਮਰਿਆਦਾ ਮਨਜ਼ੂਰ ਨਹੀਂ, ਜਾਂ ਫਿਰ ਇਹ ਗੁਰੂ ਸਾਹਿਬਾਨ ਜੀ ਤੋਂ ਵੀ ਉੱਪਰ ਨੇ? ਫਿਰ ਇਹ ਉਹ ਲੋਕ ਨੇ ਜਿਹੜੇ ਕਿ ਦੂਜੀਆਂ ਕੌਮਾਂ ਸਾਹਮਣੇ ਫਖਰ ਨਾਲ ਕਹਿੰਦੇ ਨੇ ਕਿ ਅਸੀਂ ਸਿੱਖ ਕੌਮ ਜਾਤ ਪਾਤ ਨੂੰ ਨਹੀਂ ਮੰਨਦੇ, ਪਰ ਅਸਲ ਤਸਵੀਰ ਤਾਂ ਕੁਝ ਹੋਰ ਹੀ ਹੁੰਦੀ ਹੈ। ਅਸੀਂ ਗੁਰੂ ਸਿਧਾਂਤਾਂ ਤੋਂ ਇੰਨੇ ਜ਼ਿਆਦਾ ਮੁਨਕਰ ਤੇ ਬਾਗੀ ਹੋ ਚੁੱਕੇ ਹਾਂ ਕਿ ਸਿੱਖ ਹੋ ਕੇ ਕਿਸੇ ਮਰਦਾਨੇ ਕਿਹਾ ਜਾਂ ਰੰਗਰੇਟਿਆਂ, ਰਵਿਦਾਸੀਆਂ, ਰਾਮਦਾਸੀਆਂ, ਬੇਸ਼ੱਕ ਅੰਮ੍ਰਿਤਧਾਰੀ ਪਰਿਵਾਰ ਵੀ ਹੋਣ ਦੇ ਨਾਲ ਗੁਰਸਿੱਖੀ ਰਿਸ਼ਤਾ ਕਾਇਮ ਕਰਨ ਤੋਂ ਪਰਹੇਜ਼ ਤੇ ਪਿੱਟ ਕਰਦੇ ਹਾਂ। ਆਪਣੇ ਅੰਮ੍ਰਿਤਧਾਰੀ ਸਿੱਖਾਂ ਤੋਂ ਹੀ ਦੂਰੀ ਕਿਉਂ? ਮੇਰੀ ਜੱਜ ਇਹੋ ਹੀ ਮੁੱਖ ਕਾਰਨ ਹੈ ਕਿ ਅੱਜ ਸਿੱਖ ਪੰਥ ਨਾਲੋਂ ਟੁੱਟ ਕੇ ਇੱਕ ਸਾਡਾ ਹੀ ਅੰਗ ਪਖੰਡੀਆਂ ਦੇ ਡੇਰਿਆਂ ਨੂੰ ਅਪਣਾ ਕੇ ਭਟਕ ਰਿਹਾ ਹੈ। ਮੇਰੀ ਸੁਰਤ ਦੀ ਹੀ ਗੱਲ ਹੈ ਕਿ ਪੰਜਾਬ ਦੇ ਪਿੰਡੀ ਸਮੁੱਚੇ ਸਿੱਖਾਂ ਦਾ ਇੱਕੋ ਹੀ ਸਾਂਝਾ ਧਰਮ ਸਥਾਨ ਗੁਰਦੁਆਰਾ ਹੁੰਦਾ ਸੀ ਤੇ ਸਭ ਲੋਕ ਉੱਥੇ ਹੀ ਸੀਸ ਨਵਾਉਂਦੇ ਸਨ। ਪਰ ਅੱਜ ਉਹਨਾਂ ਹੀ ਪਿੰਡਾਂ 'ਚ 5-5 ਗੁਰਦੁਆਰੇ ਬਣ ਗਏ ਨੇ, ਉਹ ਵੀ ਜਾਤਾਂ ਦੇ ਨਾਂ ਤੇ। ਇਹਦੇ ਪਿੱਛੇ ਵੀ ਇੱਕ ਖਾਸ ਕਾਰਨ ਸੀ ਕਿ ਜਦੋਂ ਕਿਤੇ ਨਾ ਕਿਤੇ ਉਪਰੋਕਤ ਲੋਕਾਂ ਨਾਲ ਗੁਰੂ ਘਰਾਂ 'ਚ ਵਿਤਕਰਾ ਹੋਣਾ ਸ਼ੁਰੂ ਹੋ ਗਿਆ, ਗੁਰੂ ਦੇ ਲੰਗਰਾਂ 'ਚ ਵੜਨ ਦੀ ਮਨਾਹੀ ਕੀਤੀ ਜਾਣ ਲੱਗੀ ਤੇ ਗੁਰਦੁਆਰੇ ਦੀ ਹੱਦ ਤੋਂ ਬਾਹਰ ਹੀ ਰੋਕ ਕੇ ਪ੍ਰਸ਼ਾਦ ਦੇਣ ਦਾ ਰਿਵਾਜ਼ ਚੱਲ ਪਿਆ, ਤਾਂ ਗਰੀਬੜੇ ਸਿੱਖਾਂ ਨੇ ਆਪਣੇ ਅਲੱਗ-ਅਲੱਗ ਗੁਰੂ ਘਰ ਉਸਾਰਨੇ ਸ਼ੁਰੂ ਕਰ ਦਿੱਤੇ। ਹੁਣ ਕੀ ਪੰਜਾਬ 'ਚ ਅਤੇ ਕੀ ਬਾਹਰਲੇ ਮੁਲਕਾਂ ਵਿੱਚ ਵੀ ਹਰ ਸਿੱਖ ਬਰਾਦਰੀ ਨੂੰ ਮਨੂਵਾਦੀ ਸਿੱਖਾਂ ਤੋਂ ਤੰਗ ਆ ਕੇ ਆਪਣੇ ਗੁਰਦੁਆਰੇ ਉਸਾਰ ਲਏ ਹਨ ਤੇ ਬਰਾਦਰੀ ਨਾਲ ਸੰਬੰਧਿਤ ਸਿੱਖ ਆਪਣੇ ਗੁਰੂ ਘਰ ਜਾਣ ਨੂੰ ਪਹਿਲ ਦਿੰਦੇ ਹਨ। ਇਹ ਰੁਝਾਨ ਇੰਗਲੈਂਡ, ਅਮਰੀਕਾ, ਕੈਨੇਡਾ, ਸਿੰਗਾਪੁਰ, ਮਲੇਸ਼ੀਆ, ਹਾਂਗਕਾਂਗ, ਆਸਟ੍ਰੇਲੀਆ ਆਦਿ ਹਰ ਦੇਸ਼ 'ਚ ਵੱਧ ਰਿਹਾ। ਕੀ ਸਾਨੂੰ ਉਸ ਗੁਰੂ ਸਾਹਿਬਾਨ ਜੀ ਦੇ ਸੰਦੇਸ਼ ਤੇ ਸਿਧਾਂਤ ਭੁੱਲ ਗਏ ਨੇ?
ਯਕੀਨਨ ਇਸ ਵੇਲੇ ਸਿੱਖ ਕੌਮ 'ਚ ਬਹੁਤ ਸਾਰੇ ਵਾਦ ਵਿਵਾਦ ਨੂੰ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਬਾਰੇ, ਰਹਿਤ ਮਰਿਆਦਾ ਬਾਰੇ, ਖਾਣ ਪੀਣ ਬਾਰੇ, ਦਸਤਾਰਾਂ ਤੇ ਕੱਪੜੇ ਪਹਿਨਣ ਬਾਰੇ, ਆਪਣੀਆਂ ਆਪਣੀਆਂ ਜਥੇਬੰਦੀਆਂ ਦੀ ਹੋਂਦ ਬਾਰੇ, ਆਪਣੇ ਆਪ ਨੂੰ ਸਿਰਮੌਰ ਤੇ ਅਸਲੀ ਸਿੱਖ ਕਹਾਉਣ ਬਾਰੇ, ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦਾ ਤੇ ਜਿਵੇਂ ਇੱਕ ਰੁਝਾਨ ਹੀ ਚੱਲ ਪਿਆ ਹੋਵੇ। ਇੱਕ ਦੂਜੇ ਸਿੱਖ ਦੀਆਂ ਗਲਤੀਆਂ ਨੂੰ ਉਛਾਲਣਾ, ਚਿੱਕੜ ਸੁੱਟਣਾ, ਆਪਣੇ ਭਰਾਵਾਂ ਦੀ ਪੱਗ ਰੋਲਣੀ, ਇੱਕ ਦੂਜੇ ਨੂੰ ਏਜੰਸੀਆਂ ਦੇ ਏਜੰਟ ਗਰਦਾਨਣਾ, ਸੋਸ਼ਲ ਮੀਡੀਆ ਦੇ ਭੱਦੇ ਤੇ ਅਸੱਭਿਅਕ ਲਫ਼ਜ਼ ਬੋਲਣੇ, ਇੱਕ ਦੂਜੇ ਦੀ ਰੱਜ ਕੇ ਬੇਇੱਜ਼ਤੀ ਕਰਨੀ, ਨਿੰਦਿਆ, ਚੁਗਲੀ, ਬਖੀਲੀ ਆਦਿ ਕਰਨੀ ਤਾਂ ਹੁਣ ਆਮ ਜੀ ਗੱਲ ਹੋ ਗਈ ਹੈ। ਹਰ ਸਿੱਖ ਅਰਦਾਸ 'ਚ ਕਹਿੰਦਾ ਹੈ, ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਵੇਖ ਕੇ ਅੰਡਿਠ ਕਰਨਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ। ਜ਼ਰਾ ਸੋਚੋ, ਅਜਿਹਾ ਅਸੀਂ ਕਿਸ ਲਈ ਕਰ ਰਹੇ ਹਾਂ? ਗੁਰੂ ਸਾਹਿਬ ਤਾਂ ਆਖਦੇ ਨੇ ਕਿ ਸਾਂਝ ਕਰੀਜੈ ਗੁਣੇ ਕੇਰੀ, ਛੋੜ ਅਵਗੁਣ ਚੱਲੀਐ, ਅਤੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਤੇ ਹੋਰ ਨਾ ਕੋ ਬੈਰੀ ਨਾ ਹੀ ਬੇਗਾਨਾ। ਪਰ ਇਹਦੇ ਬਾਵਜੂਦ ਵੀ ਅਸੀਂ ਇੱਕ ਦੂਜੇ ਨੂੰ ਛੱਜ 'ਚ ਪਾ ਕੇ ਛੱਟਣ ਤੇ ਲੱਗੇ ਹੋਏ ਹਾਂ। ਅਸੀਂ ਸਮਝ ਨਹੀਂ ਰਹੇ, ਕਿਉਂਕਿ ਸਾਡਾ ਚਲਾਕ ਦੁਸ਼ਮਣ ਵੀ ਇਹੋ ਚਾਹੁੰਦਾ ਹੈ ਕਿ ਸਿੱਖ ਕੌਮ ਇੱਕ ਮੰਚ ਤੇ ਇਕੱਠੀ ਨਾ ਹੋ ਸਕੇ ਤੇ ਸਿੱਖ ਫਾਲਤੂ ਦੇ ਮੁੱਦਿਆਂ 'ਚ ਉਲਝਦੇ ਤੇ ਝਗੜਦੇ ਰਹਿਣ। ਗੁਰੂ ਸਾਹਿਬਾਨ ਦੇ ਵਾਰਸੋ, ਅੱਜ ਸਾਡਾ ਮੁੱਖ ਮੁੱਦਾ ਕੋਈ ਹੋਰ ਹੈ, ਉਸ ਤੇ ਗੌਰ ਕਰੋ, ਕਿਉਂਕਿ ਸਫ਼ਰਾਂ 'ਚ ਭਟਕਿਆਂ ਹੋਇਆਂ ਨੂੰ ਕਦੀ ਮੰਜ਼ਿਲਾਂ ਨਹੀਂ ਮਿਲਦੀਆਂ। ਛੱਡ ਦਿਓ ਸਾਰੇ ਗਿਲੇ ਸ਼ਿਕਵੇ ਤੇ ਲੜਾਈਆਂ ਝਗੜੇ, ਸਿੱਧੇ ਹੋ ਕੇ ਆ ਜਾਓ ਗੁਰੂ ਸਿਧਾਂਤਾਂ ਦੇ ਗੁਰਮਤ ਗਾਡੀ ਰਾਹ ਉੱਤੇ। ਆਪਸੀ ਝਗੜੇ, ਬਖੇੜਿਆਂ ਤੇ ਖਾਮ ਖਾਹੀ ਮੁੱਦਿਆਂ ਦਾ ਤਿਆਗ ਕਰਕੇ ਇੱਕੋ ਇੱਕ ਸਿੱਖੀ ਮਾਰਗ ਦੇ ਪਾਂਧੀ ਬਣ ਕੇ ਗੁਰੂ ਸਾਹਿਬਾਨ ਦੀਆਂ ਸਦ ਖੁਸ਼ੀਆਂ ਦੇ ਪਾਤਰ ਤੇ ਸਿੱਖੀ ਦੇ ਮਾਰਗ ਤੋਂ ਭਟਕ ਚੁੱਕੇ ਆਪਣੇ ਸਿੱਖ ਭਰਾਵਾਂ ਨੂੰ ਆਪਣੇ ਗਲੇ ਨਾਲ ਲਾ ਕੇ ਸਮਝਾਉਣ ਦੀ ਕੋਸ਼ਿਸ਼ ਕਰੋ। ਅੱਜ ਦੇ ਪੰਜਾਬ ਵਿੱਚ ਹੀ ਸਿੱਖੀ ਨੂੰ ਇੰਨਾ ਖੋਰਾ ਲੱਗ ਗਿਆ ਕਿ ਨਗਰਾਂ ਪਿੰਡਾਂ ਵਿੱਚੋਂ ਬਹੁਤ ਸਾਰੇ ਗਰੀਬ ਸਿੱਖ ਈਸਾਈ ਧਰਮ ਦੀ ਪਨਾਹ 'ਚ ਜਾ ਕੇ ਆਪਣੇ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਰਹੇ ਨੇ, ਜੋ ਕਿ ਸਾਡੇ ਲਈ ਅਤ ਚਿੰਤਾ ਤੇ ਸ਼ਰਮ ਵਾਲੀ ਗੱਲ ਹੈ। ਪੂਰੇ ਭਾਰਤ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖਲੀ ਗਿਰ ਤੇ ਵਣਜਾਰੇ ਸਿੱਖ ਬੈਠੇ ਨੇ, ਜਿਨ੍ਹਾਂ ਦੀ ਹਾਲਤ ਅਤ ਤਰਸਯੋਗ ਵੀ ਹੈ। ਉਹਨਾਂ ਨੂੰ ਉਡੀਕ ਹੈ ਪੰਥਕ ਰਹਿਬਰਾਂ ਦੀ, ਸਿੱਖ ਸੰਸਥਾਵਾਂ ਦੀ, ਗੁਰੂ ਦੇ ਪੱਕੇ ਸਿੱਖਾਂ ਦੀ, ਹਮਦਰਦੀ ਭਰੇ ਬੋਲਾਂ ਦੀ, ਗਲੇ ਨਾਲ ਲੱਗਣ ਦੀ ਤੇ ਇਮਦਾਦ ਦੀ। ਸੱਚਮੁੱਚ ਉਹ ਅੱਜ ਵੀ ਸਿੱਖੀ ਦੇ ਤਲਬਗਾਰ ਹਨ, ਗੁਰੂ ਨੂੰ ਸਮਰਪਿਤ ਹਨ। ਹੈ ਕੋਈ ਉਹਨਾਂ ਦੀ ਬਾਂਹ ਫੜਨ ਵਾਲਾ? ਅਜੇ ਵੀ ਵੇਲਾ ਹੈ, ਕਿਤੇ ਅਜਿਹਾ ਨਾ ਹੋਵੇ ਕਿ ਉਹ ਵੀ ਆਪਣੇ ਸਿੱਖੀ ਧਰਮ ਨੂੰ ਛੱਡ ਕੇ ਕਿਤੇ ਰਸਤਾ ਭਟਕ ਜਾਣ ਤੇ ਫਿਰ ਬਾਅਦ ਵਿੱਚ ਪਛਤਾਉਣ ਦਾ ਕੋਈ ਲਾਭ ਨਹੀਂ ਹੋਣ ਲੱਗਾ। ਮੈਨੂੰ ਇਹ ਵੀ ਪਤਾ ਹੈ ਤੇ ਅਹਿਸਾਸ ਹੈ ਕਿ ਮੇਲੇ 'ਚ ਚੱਕੀ ਰਾਹਿਆਂ ਨੂੰ ਕੌਣ ਪੁੱਛਦਾ ਹੈ, ਕਿਉਂਕਿ ਮੈਂ ਤਾਂ ਇੱਕ ਨਕਾਰਖਾਨੇ 'ਚ ਤੂਤੀ ਹਾਂ, ਪਰ ਮੈਂ ਆਪਣੇ ਅੰਦਰ ਦੇ ਪੰਥਕ ਜਜ਼ਬਾਤ ਨੂੰ ਰੋਕ ਨਹੀਂ ਸਕਿਆ। ਇਸੇ ਕਰਕੇ ਪੰਥਕ ਮੁਨਸਫਾਂ ਤੇ ਸੱਚੇ ਸਿੱਖਾਂ ਦੀ ਕਚਹਿਰੀ 'ਚ ਪੇਸ਼ ਹੋ ਕੇ ਆਪਣੀ ਬੌਣੀ ਤੇ ਨਿਗੂਣੀ ਸੋਚ ਦਾ ਪ੍ਰਗਟਾਵਾ ਕਰਨ ਦਾ ਯਤਨ ਕੀਤਾ ਹੈ। ਸੋ ਜੇਕਰ ਕਿਸੇ ਵੀ ਸਿੱਖ ਹਿਰਦੇ ਨੂੰ ਮੇਰੇ ਲਫ਼ਜ਼ੀ ਬੋਲਾਂ ਨਾਲ ਕਿਸੇ ਕਿਸਮ ਦੀ ਠੇਸ ਪਹੁੰਚੀ ਹੋਵੇ ਤੇ ਮੈਨੂੰ ਨਾਚੀਜ਼ ਨੂੰ ਮਾਫ਼ ਕਰ ਦੇਣਾ। ਅਗਲਾ ਲੇਖ ਹੈ ਮੁਗਲ ਰਾਜ ਵਣਜਾਰਿਆਂ ਦਾ ਸੁਨਹਿਰੀ ਦੌਰ। ਲੇਖਕ ਡਾਕਟਰ ਕਿਰਪਾਲ ਸਿੰਘ, ਇਤਿਹਾਸਕਾਰ। ਵਣਜਾਰਾ ਜਾਂ ਬਨਜਾਰਾ ਪਦ ਵਾਣਿਕ ਜਾਂ ਬਣਿਕ ਸ਼ਬਦ ਤੋਂ ਬਣਿਆ ਮਾਲੂਮ ਹੁੰਦਾ ਹੈ। ਇਹਦਾ ਮਤਲਬ ਹੈ ਵਪਾਰੀ। ਕੁਝ ਲੇਖਕਾਂ ਦਾ ਮਤ ਹੈ ਕਿ ਫਾਰਸੀ ਸ਼ਬਦ ਬਰਿੰਜ ਤੋਂ ਬਣਿਆ, ਜਿਹਦਾ ਅਰਥ ਹੈ ਚਾਵਲ, ਕਿਉਂਕਿ ਵਣਜਾਰੇ ਚਾਵਲ ਢੋਂਦੇ ਸਨ। ਸਟੇਨਗਾਸ ਤੇ ਫਾਰਸੀ ਅੰਗਰੇਜ਼ੀ ਸ਼ਬਦਕੋਸ਼ ਪਰਸ਼ੀਅਨ ਇੰਗਲਿਸ਼ ਡਿਕਸ਼ਨਰੀ ਅਨੁਸਾਰ ਸ਼ਬਦ ਬਰਿੰਜ ਦੇ ਮਾਨੀ ਤਾਂ ਚਾਵਲ ਹੀ ਹੈ, ਪਰ ਵਣਜਾਰੇ ਪ੍ਰਾਚੀਨ ਆਦਿਵਾਸੀ ਕਬੀਲੇ ਸਨ। ਸ਼ਬਦ ਵਣਜਾਰਾ ਦੀ ਉਤਪਤੀ ਵਣ, ਪੰਜਾਬੀ ਬਣ ਭਾਵ ਜੰਗਲ, ਤੇ ਜਾਰਾ ਭਾਵ ਕਿ ਘੁੰਮਣ ਵਾਲਾ, ਇਹੀ ਮਤ ਸਭ ਤੋਂ ਜ਼ਿਆਦਾ ਮੰਨਣਯੋਗ ਹੈ। ਆਧੁਨਿਕ ਲਿਖਾਰੀ ਸ਼ਬਦ ਵਣਜਾਰਾ ਤੇ ਬੰਜਾਰਾ ਨੂੰ ਇੱਕੋ ਅਰਥਾਂ 'ਚ ਵਰਤਦੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਵਣਜਾਰਾ ਅਕਸਰ ਉਸ ਬੰਦੇ ਬਾਬਤ ਵਰਤਿਆ ਗਿਆ ਹੈ ਜੋ ਇਸ ਸੰਸਾਰ 'ਚ ਅਕਾਲ ਪੁਰਖ ਦੇ ਨਾਮ ਦੀ ਪੂੰਜੀ ਨੂੰ ਸੰਚਿਤ ਕਰਕੇ ਉੱਤਮ ਤੇ ਗੁਣਵਾਨ ਸਚਿਆਰ ਬਣਨ ਲਈ ਵਰਤਦੇ ਹਨ। ਪੰਜਾਬ ਅੰਦਰ ਨਮਕ ਦੀਆਂ ਖਾਣਾਂ ਮੌਜੂਦ ਸਨ। ਵਣਜਾਰੇ ਨਮਕ ਦਾ ਵਪਾਰ ਵੀ ਕਰਦੇ ਸਨ। ਸੰਸਕ੍ਰਿਤ ਵਿੱਚ ਨਮਕ ਨੂੰ ਲਵਣ ਆਖਿਆ ਜਾਂਦਾ ਹੈ। ਸ਼ਾਇਦ ਇਸੇ ਕਾਰਨ ਸ਼ਬਦ ਲਵਣ ਤੋਂ ਲੁਬਾਣਾ ਬਣਿਆ ਜਾਪਦਾ ਹੈ, ਕਿਉਂਕਿ ਇਹ ਨਮਕ 'ਚ ਵਣਜ ਕਰਿਆ ਕਰਦੇ ਸਨ।
ਕੁਝ ਲੁਬਾਣਾ ਲੇਖਕਾਂ ਨੇ ਹੁਣੇ ਹੀ ਸ਼ਬਦ ਲੁਬਾਣੇ ਦੀ ਵਿਆਖਿਆ ਲੋਬਾਣਾ ਕੀਤੀ ਹੈ, ਜਿਸ ਦੇ ਮਾਨੇ ਹਨ ਬਹੁਤ ਮਿਹਨਤੀ ਕਾਮੇ, ਕਾਰੀਗਰ। ਆਧੁਨਿਕ ਕਾਲ 'ਚ ਪਦ ਵਣਜਾਰਾ ਜਾਂ ਬੰਜਾਰਾ ਮੁੱਖ ਤੌਰ 'ਤੇ ਅਨਾਜ, ਨਮਕ ਤੇ ਮਵੇਸ਼ੀਆਂ ਦੇ ਵਪਾਰੀ ਜੋ ਕਿ ਤੰਬੂਆਂ 'ਚ ਰਹਿੰਦੇ ਤੇ ਆਪਣੇ ਘਰ ਪਰਿਵਾਰ ਦੇ ਕਾਫਲਿਆਂ 'ਚ ਘੁੰਮਦੇ ਫਿਰਦੇ ਹਨ ਲਈ ਵਰਤਿਆ ਜਾਂਦਾ ਹੈ। ਵਣਜਾਰੇ ਕਈ ਸ਼ਾਖਾਵਾਂ ਤੇ ਅੱਗੇ ਉਪ ਸ਼ਾਖਾਵਾਂ ਵਿੱਚ ਵੰਡੇ ਹੋਏ ਸਨ ਤੇ ਪੂਰੇ ਭਾਰਤ 'ਚ ਫੈਲੇ ਹੋਏ ਸਨ। ਇਹ ਬਲਦਾਂ, ਗਾਵਾਂ, ਘੋੜਿਆਂ, ਊਠਾਂ ਤੇ ਤੰਬੂਆਂ ਨਾਲ ਵੱਡੇ ਵੱਡੇ ਕਾਫਲਿਆਂ 'ਚ ਚੱਲਦੇ ਸਨ, ਜਿਸ ਦੇ ਵਿੱਚ ਮੁੱਖ ਰੂਪ 'ਚ ਪਰਿਵਾਰਾਂ ਦੇ ਸਮੂਹ ਤੇ ਕਬੀਲਾ ਵਾਸੀ ਸ਼ਾਮਲ ਰਹਿੰਦੇ ਸਨ। ਸਰਕਾਰੀ ਸਰਪ੍ਰਸਤੀ। ਮੱਧਕਾਲੀਨ ਸਮੇਂ ਵਿੱਚ ਫੌਜ ਨੂੰ ਰਾਸ਼ਨ, ਸਾਜ਼ੋ ਸਮਾਨ ਆਦਿ ਪਹੁੰਚਾਉਣ ਦੇ ਕੋਈ ਪੱਕੇ ਇੰਤਜ਼ਾਮ ਲਈ ਕੋਈ ਮਹਿਕਮਾ ਨਹੀਂ ਸੀ। ਫੌਜ ਨੂੰ ਜਗ੍ਹਾ ਜਗ੍ਹਾ ਆਪਣੇ ਜਰਨੈਲਾਂ ਤੇ ਬਾਦਸ਼ਾਹਾਂ ਦੀ ਮਰਜ਼ੀ ਅਨੁਸਾਰ ਵਿਚਰਨਾ ਪੈਂਦਾ ਸੀ। ਵਣਜਾਰਿਆਂ ਦਾ ਮੁਸਲਿਮ ਸਲਤਨਤ ਦੀ ਫੌਜ ਨਾਲ ਰਾਬਤਾ ਪਹਿਲੀ ਵਾਰ ਸਿਕੰਦਰ ਲੋਧੀ ਦੇ ਸਮੇਂ ਹੋਇਆ, ਜੋ ਇਹਨਾਂ ਨੂੰ ਧੌਲਪੁਰ ਦੇ ਹਮਲੇ ਸਮੇਂ 1504 ਈਸਵੀ ਨਾਲ ਲੈ ਕੇ ਗਿਆ। ਉਸ ਸਮੇਂ ਤੋਂ ਵਣਜਾਰਿਆਂ ਨੇ ਦੱਖਣ ਭਾਰਤ ਦੀ ਹਰੇਕ ਸੈਨਿਕ ਮੁਹਿੰਮ 'ਚ ਰਾਸ਼ਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਬਾਦਸ਼ਾਹ ਅਕਬਰ ਦੇ ਰਾਜ ਸਮੇਂ ਵਣਜਾਰੇ ਅਕਬਰ ਦੀ ਫੌਜ ਨੂੰ ਰਾਸ਼ਨ ਤੇ ਸਾਰਾ ਸਾਜ਼ੋ ਸਮਾਨ ਪਹੁੰਚਾਇਆ ਕਰਦੇ ਸਨ। ਉਸਨੇ ਇਹਨਾਂ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਸਾਰੀ ਲਗਾਨ ਤੇ ਚੁੰਗੀਆਂ ਤੋਂ ਮੁਕਤ ਕਰ ਦਿੱਤਾ। ਵਣਜਾਰਿਆਂ ਦੀ ਛਵੀ ਅੱਤ ਦੇ ਇਮਾਨਦਾਰ ਤੇ ਭਰੋਸੇਯੋਗ ਵਪਾਰੀਆਂ ਵਜੋਂ ਬਣੀ ਹੋਈ ਸੀ। ਕਦੇ ਵੀ ਇਹਨਾਂ ਖਿਲਾਫ ਖਿਆਨਤ ਦੀ ਕੋਈ ਸ਼ਿਕਾਇਤ ਦਰਜ ਨਹੀਂ ਹੋਈ। ਇਸੇ ਕਾਰਨ ਹੀ ਇਹਨਾਂ ਨੂੰ ਸਾਰਾ ਪੈਸਾ ਸਾਈ ਪੇਸ਼ਗੀ ਵਿੱਚ ਹੀ ਦੇ ਦਿੱਤਾ ਜਾਂਦਾ ਸੀ, ਤਾਂ ਜੋ ਸਮਾਨ ਦੀ ਪੂਰਤੀ 'ਚ ਵਿਘਨ ਨਾ ਪਵੇ। ਯੁੱਧ ਵੇਲੇ ਕਿਸੇ ਪਾਸੇ ਦੀ ਫੌਜ ਇਹਨਾਂ ਉੱਤੇ ਹਮਲਾ ਨਹੀਂ ਕਰਦੀ ਸੀ। ਫੌਜ ਨੂੰ ਰਸਦ ਪਹੁੰਚਾਉਣ ਵਿੱਚ ਕਈ ਵਾਰ ਇਹ 1 ਲੱਖ ਜਾਂ ਇਸ ਤੋਂ ਵੀ ਵੱਧ ਗੱਡੇ ਵਰਤਦੇ ਸਨ। ਸਿਰਫ ਬੈਲ ਗੱਡੀਆਂ ਹੀ ਨਹੀਂ, ਗਾਵਾਂ ਨਾਲ ਵੀ ਸਮਾਨ ਢੋਇਆ ਜਾਂਦਾ ਸੀ। ਜਦੋਂ ਸ਼ਾਹਜਹਾਂ ਦਾ ਵਜ਼ੀਰ ਆਸਿਫ ਖਾਨ ਦੱਖਣ 'ਚ ਮੁਹਿੰਮ ਉੱਤੇ 1630 ਈਸਵੀ 'ਚ ਗਿਆ ਤਾਂ ਵਣਜਾਰਾ ਕਬੀਲਿਆਂ ਦੇ 2 ਦਲ ਉਸ ਨਾਲ ਰਵਾਨਾ ਹੋਏ। ਇਹਨਾਂ ਨੂੰ ਘਾਹ ਤੇ ਪਾਣੀ ਜਿੱਥੋਂ ਚਾਹੁਣ ਕਿਤੋਂ ਵੀ ਲੈਣ ਦੀ ਖੁੱਲ੍ਹ ਸੀ, ਬਸ਼ਰਤੇ ਇਹ ਫੌਜ ਨਾਲ ਰਹਿਣ। ਇਹ ਸ਼ਰਤ ਸੋਨੇ ਦੀ ਇੱਕ ਸਿਲਾ ਉੱਤੇ ਖੁਦੀ ਹੋਈ ਹੈ, ਜੋ ਕਿ ਦੱਖਣ ਹੈਦਰਾਬਾਦ ਵਿੱਚ ਅੱਜ ਵੀ ਮੌਜੂਦ ਹੈ। ਉਸ ਜ਼ਮਾਨੇ ਦੇ ਲਗਭਗ ਸਾਰੇ ਹੀ ਲੇਖਕ ਸਹਿਮਤ ਸਨ ਕਿ ਵਣਜਾਰੇ ਵੱਡੀ ਗਿਣਤੀ 'ਚ ਜਾਨਵਰ ਰੱਖਦੇ ਸਨ। ਬਲਦ ਢੋ ਢੁਆਈ ਲਈ ਮੁੱਖ ਪਸ਼ੂ ਹੋਣ ਕਰਕੇ ਇਹਨਾਂ ਦੇ ਮਾਲਿਕ ਹੋਣਾ ਆਪਣੇ ਆਪ 'ਚ ਇਹਨਾਂ ਦੀ ਸਮਰਿੱਧੀ ਤੇ ਦੂਸਰੇ ਵਪਾਰੀਆਂ ਤੋਂ ਸੁਖਾਲੇ ਹੋਣ ਦਾ ਸੂਚਕ ਸੀ। ਕੁਝ ਕੋਲ 1000 ਗੱਡੇ ਵੀ ਸਨ। ਔਰੰਗਜ਼ੇਬ ਸਮੇਂ ਤਵਰਨੀਅਰ ਨੇ ਵਣਜਾਰਿਆਂ ਦਾ ਕਾਫਲਾ ਦੇਖਿਆ ਕਿ 10 ਤੋਂ 12,000 ਬਲਦਾਂ ਨੂੰ ਸਭ ਤਰ੍ਹਾਂ ਦੇ ਖਜ਼ਾਨਿਆਂ ਨਾਲ ਲੱਦਿਆ ਇੱਕ ਥਾਂ ਤੋਂ ਦੂਸਰੀ ਥਾਂ ਜਾਂਦੇ ਅੱਖੀਂ ਦੇਖਿਆ। ਉਹਨਾਂ ਦੇ ਬੈਲਾਂ ਤੋਂ ਪ੍ਰਭਾਵਿਤ ਹੋ ਕੇ ਉਹਨੇ ਦੱਸਿਆ ਕਿ ਇਹਨਾਂ ਦੀ ਜੋੜੀ ਘੱਟੋ ਘੱਟ 600 ਰੁਪਏ ਦੀ ਹੁੰਦੀ ਸੀ। ਤਵਰਨੀਅਰ ਅਨੁਸਾਰ ਵਣਜਾਰੇ 4 ਕਬੀਲਿਆਂ 'ਚ ਵੰਡੇ ਹੋਏ ਸਨ। ਹਰ ਇੱਕ ਦੀ ਗਿਣਤੀ ਘੱਟੋ ਘੱਟ 1 ਲੱਖ ਬੰਦਿਆਂ ਦੀ ਸੀ। ਪਹਿਲੇ ਕਬੀਲੇ ਦਾ ਵਣਜ ਸਿਰਫ ਮੱਕੀ, ਦੂਸਰੇ ਦਾ ਚਾਵਲ, ਤੀਸਰੇ ਦਾ ਦਾਲ ਤੇ ਚੌਥੇ ਦਾ ਨਮਕ ਆਦਿ। ਸਿੱਖ ਇਤਿਹਾਸ ਵਿੱਚ ਭੂਮਿਕਾ। ਪੁਰਾਤਨ ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਨਾਨਕਮਤੇ ਜ਼ਿਲ੍ਹਾ ਨੈਨੀਤਾਲ ਤੋਂ 60 ਮੀਲ ਦੱਖਣ ਵੱਲ ਵਣਜਾਰਿਆਂ ਦੇ ਟਾਂਡੇ ਗਏ। ਇਹ ਸਥਾਨ ਮੁਰਾਦਾਬਾਦ ਤੋਂ ਨੈਨੀਤਾਲ ਜਾਣ ਵਾਲੀ ਸੜਕ ਉੱਤੇ ਸਥਿਤ ਹੈ। ਇੰਪੀਰੀਅਲ ਗਜ਼ਟੀਅਰ ਆਫ ਇੰਡੀਆ ਅਨੁਸਾਰ ਇਹ ਟਾਂਡਾ ਇੱਕ ਬਹੁਤ ਪੁਰਾਣਾ ਕਸਬਾ ਸੀ ਤੇ ਪਹਿਲਾਂ ਵਣਜਾਰਿਆਂ ਨੇ ਵਸਾਇਆ ਸੀ, ਜੋ ਆਮ ਤੌਰ ਤੇ ਉੱਥੇ ਰਹਿੰਦੇ ਸਨ। ਟਾਂਡਾ ਵਣਜਾਰਿਆਂ ਦੇ ਕਾਫਲੇ ਦੇ ਪੜਾਅ ਸਥਾਨ ਨੂੰ ਕਹਿੰਦੇ ਸਨ। ਗੁਰੂ ਨਾਨਕ ਸਾਹਿਬ ਇੱਥੇ ਆਏ ਤੇ ਪਰੰਪਰਾ ਅਨੁਸਾਰ ਇਹ ਸ਼ਬਦ ਉਚਾਰਿਆ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਕਲਪੀਤਰ ਬਹੁਤ ਜਾਸੀ ਨਾਗਾ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਭਾਸ। ਦੂਜੇ ਪੈਰ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਏ ਵਣਜਾਰਿਆ ਮਿੱਤਰਾ ਜਿਉ ਜਸਦਾ ਘਰ ਕਾਣ। ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ। ਜਿਨ ਰਚ ਰਚਿਆ ਤਿਸੇ ਨ ਜਾਣੈ,
ਮਨ ਭੀਤਰ ਧਰ ਧਿਆਨ, ਕਹੁ ਨਾਨਕ ਪ੍ਰਾਣੀ ਦੂਜੇ ਪਹਿਰੈ ਵਿਸਰ ਗਿਆ ਧਿਆਨ। ਤੀਜੈ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਧਨ ਜੋ ਬੰਸਿਓ ਚਿੱਤ ਹਰ ਕਾ ਨਾਮ ਨ ਚੇਤਹੀ ਵਣਜਾਰਿਆ ਮਿੱਤਰਾ। ਬੱਧਾ ਛੁਟੈ ਜਿੱਤ ਹਰ ਕਾ ਨਾਮ ਨ ਚੇਤੈ ਪ੍ਰਾਣੀ, ਬਿਕਲ ਪਿਆ ਸੰਗ ਮਾਇਆ ਧਨ ਸਿਉ ਰਤਾ ਜੋਬਨ ਮਤਾ ਅਹਿਲਾ ਜਨਮ ਗਵਾਇਆ। ਧਰਮ ਸੇਤੀ ਵਪਾਰ ਨ ਕੀਤੋ ਕਰਮ ਨ ਕੀਤੋ ਮਿੱਤ, ਕਹੁ ਨਾਨਕ ਤੀਜੈ ਪਹਿਰੈ ਪ੍ਰਾਣੀ ਧਨ ਜੋਬਨ ਸਿਉ ਚਿੱਤ। ਚੌਥੈ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ। ਕਿਸੈ ਨ ਮਿਲਿਆ ਭੇਤ, ਭੇਤ ਚੇਤ ਹਰ ਕਿਸੈ ਨ ਮਿਲਿਓ ਜਾ ਜਮ ਪਕੜ ਚਲਾਇਆ। ਝੂਠਾ ਰੁਦਨ ਹੋਆ ਦੁਆਲੇ ਖਿਨ ਮੈਂ ਭਿਆ ਪਰਾਇਆ, ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੇਤ, ਕਹੁ ਨਾਨਕ ਪ੍ਰਾਣੀ ਚੌਥੈ ਪਹਿਰੈ ਲਾਵੀ ਲੁਣਿਆ ਖੇਤ। ਵਣਜਾਰਿਆਂ ਦੀ ਸਿੱਖੀ ਵਿੱਚ ਸ਼ਮੂਲੀਅਤ ਬਾਰੇ ਜਾਣਨਾ ਬੜਾ ਜ਼ਰੂਰੀ ਹੈ। ਮੁਗਲਾਂ ਸਮੇਂ ਵਣਜਾਰੇ ਅਕਸਰ ਹੀ ਫੌਜ ਲਈ ਰਸਦ ਪਹੁੰਚਾਉਂਦੇ ਸਨ। ਇਹ ਹਿੰਦੁਸਤਾਨ ਦੇ ਸਾਰੇ ਕੋਨਿਆਂ 'ਚ ਜਾਇਆ ਕਰਦੇ ਸਨ ਤੇ ਇਹਨਾਂ ਨਾਲ ਬਹੁਤ ਲੰਬੇ ਕਾਫਲੇ ਹੁੰਦੇ ਸਨ। ਗੁਰੂ ਸਾਹਿਬ ਜਦੋਂ ਵੀ ਯਾਤਰਾ ਕਰਦੇ ਸਨ ਉਹ ਇਹਨਾਂ ਕਾਫਲਿਆਂ ਨਾਲ ਹੀ ਸ਼ਾਮਲ ਹੋ ਕੇ ਜਾਇਆ ਕਰਦੇ ਸਨ। ਇੰਜ ਕਾਫਲੇ ਗੁਰੂ ਸਾਹਿਬਾਨ ਦੇ ਸੰਪਰਕ 'ਚ ਆ ਜਾਂਦੇ ਸਨ ਤੇ ਉਹਨਾਂ ਦੇ ਸ਼ਰਧਾਲੂ ਬਣ ਗਏ। ਸਿੱਖ ਇਤਿਹਾਸ 'ਚ ਕੁਝ ਅਹਿਮ ਮੌਕੇ ਹਨ ਜਦ ਗੁਰੂ ਸਾਹਿਬਾਨ ਨੇ ਇਹਨਾਂ ਵਣਜਾਰਿਆਂ ਨਾਲ ਸਫ਼ਰ ਕੀਤਾ। ਪਹਿਲਾ, ਗੁਰੂ ਹਰਗੋਬਿੰਦ ਸਾਹਿਬ ਜਹਾਂਗੀਰ ਨਾਲ ਪਹਿਲਾਂ ਗਵਾਲੀਅਰ ਫਿਰ ਕਸ਼ਮੀਰ ਇਹਨਾਂ ਵਣਜਾਰਿਆਂ ਦੇ ਕਾਫਲਿਆਂ ਨਾਲ ਹੀ ਗਏ ਸਨ। ਕੁਝ ਇਤਿਹਾਸਕਾਰਾਂ ਨੇ ਗਲਤੀ ਖਾ ਕੇ ਗੁਰੂ ਸਾਹਿਬ ਨੂੰ ਬਾਦਸ਼ਾਹ ਦੀ ਨੌਕਰੀ ਪ੍ਰਵਾਨ ਕਰਨਾ ਮੰਨ ਲਿਆ, ਜੋ ਗਲਤ ਹੈ। ਦੂਸਰਾ, ਗੁਰੂ ਹਰਗੋਬਿੰਦ ਸਾਹਿਬ ਜਦੋਂ ਨਾਨਕ ਮੱਤੇ ਵੱਲ ਸਫ਼ਰ ਕੀਤਾ ਤਾਂ ਇਹਨਾਂ ਵਣਜਾਰਿਆਂ ਦੇ ਕਾਫਲਿਆਂ ਨਾਲ ਸਫ਼ਰ ਕੀਤਾ। ਤੀਸਰਾ, 7ਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਨੇ ਮੱਖਣ ਸ਼ਾਹ ਲੋਬਾਣਾ ਨਾਲ ਸਿਆਲਕੋਟ ਤੋਂ ਕਸ਼ਮੀਰ ਤੇ ਵਾਪਸੀ ਦਾ ਸਫ਼ਰ ਕੀਤਾ। ਉਹਦੇ ਪਿੰਡ ਮੋਟਾ ਟਾਂਡਾ, ਜ਼ਿਲ੍ਹਾ ਜੇਹਲਮ ਹੁਣ ਪਾਕਿਸਤਾਨ 'ਚ ਹੈ, ਉਸ ਕੋਲ ਰਹੇ। ਗੁਰੂ ਸਾਹਿਬਾਨ ਨੇ ਵਣਜਾਰਿਆਂ ਨੂੰ ਗੁਰੂ ਦੇ ਸਿੱਖ ਬਣਾ ਦਿੱਤਾ। ਇਹਨਾਂ ਵਿੱਚੋਂ ਮੱਖਣ ਸ਼ਾਹ ਤੇ ਲਖੀ ਸ਼ਾਹ ਦੋਹਾਂ ਨੇ ਸਿੱਖ ਤਾਰੀਖ 'ਚ ਬਹੁਤ ਅਹਿਮ ਯੋਗਦਾਨ ਪਾਇਆ। ਭਾਈ ਸੰਤੋਖ ਸਿੰਘ ਜੀ ਅਨੁਸਾਰ ਮੱਖਣ ਸ਼ਾਹ ਦਾ ਜਹਾਜ਼ ਸਮਾਨ ਸਮੇਤ ਤੂਫਾਨ 'ਚ ਫਸ ਗਿਆ ਤੇ ਉਹਦੀ ਜਾਨ ਤੇ ਸਮਾਨ ਖਤਰੇ 'ਚ ਪੈ ਗਏ। ਮੁਸ਼ਕਲ ਦੀ ਇਸ ਘੜੀ 'ਚ ਉਹਨੇ ਅਰਦਾਸ ਕੀਤੀ। ਉਹਨੇ ਪ੍ਰਣ ਕੀਤਾ ਕਿ ਜੇ ਉਹਦਾ ਬੇੜਾ ਪਾਰ ਹੋ ਜਾਏ ਤਾਂ ਉਹ ਵਪਾਰਕ ਲਾਹੇ ਦਾ ਦਸਵੰਧ ਗੁਰੂ ਚਰਨਾਂ 'ਚ ਭੇਟ ਕਰੇਗਾ। ਅਰਦਾਸ ਪ੍ਰਵਾਨ ਹੋਈ ਤਾਂ ਜਾਨ ਮਾਲ ਦੋਵੇਂ ਬਚ ਗਏ। ਉਹ ਬੜਾ ਖੁਸ਼ ਹੋਇਆ। ਉਹਨੇ ਦੈਵੀ ਕਿਰਪਾ ਲਈ ਗੁਰੂ ਦਾ ਧੰਨਵਾਦ ਕੀਤਾ। ਪਹਿਲਾਂ ਉਹ ਦਿੱਲੀ ਪੁੱਜਾ, ਪਰ ਉਹਨੇ ਸੁਣਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਗਏ ਹਨ ਤੇ ਉਹਨਾਂ ਨੇ ਉੱਤਰਾਧਿਕਾਰੀ ਬਕਾਲਾ ਵਿਖੇ ਹਨ, ਤਾਂ ਉਹ ਤੁਰੰਤ ਉੱਥੋਂ ਬਕਾਲੇ ਪੁੱਜਾ। ਉੱਥੇ ਪਹੁੰਚ ਕੇ ਗੁਰਾਈ ਗੱਦੀ ਦੇ ਇੰਨੇ ਸਾਰੇ ਦਾਅਵੇਦਾਰਾਂ ਨੂੰ ਦੇਖ ਕੇ ਭਚਕਿਆ ਗਿਆ। ਹਰ ਕੋਈ ਸੱਚਾ ਗੁਰੂ ਹੋਣ ਤੇ ਦੂਜਿਆਂ ਦੇ ਢੋਂਗੀ ਹੋਣ ਦਾ ਦਾਅਵਾ ਕਰ ਰਿਹਾ ਸੀ। ਉਹਨੇ ਸਾਰਿਆਂ ਨੂੰ 2-2 ਸੋਨੇ ਦੀਆਂ ਮੋਹਰਾਂ ਭੇਟ ਕੀਤੀਆਂ, ਪਰ ਜਦੋਂ ਗੁਰੂ ਤੇਗ ਬਹਾਦਰ ਨੂੰ ਭੇਟਾ ਕੀਤੀ ਤਾਂ ਗੁਰੂ ਸਾਹਿਬ ਨੇ ਉਹਨੂੰ ਉਸ ਦਾ ਵਚਨ ਚੇਤੇ ਕਰਾਇਆ। ਉਹਨੂੰ ਪਤਾ ਲੱਗ ਗਿਆ ਕਿ ਅਸਲ ਗੁਰੂ ਉਹੀ ਹਨ। ਖੁਸ਼ ਹੋ ਕੇ ਘਰ ਦੀ ਛੱਤ ਉੱਤੇ ਚੜ੍ਹ ਕੇ ਹੋਕਾ ਦੇਣ ਲੱਗਾ, ਗੁਰੂ ਲਾਧੋਰੇ, ਗੁਰੂ ਲਾਧੋਰੇ। ਮੱਖਣ ਸ਼ਾਹ ਤੇ ਉਹਦੇ ਸਹਿਯੋਗੀਆਂ ਨੇ ਸਥਿਤੀ ਹੀ ਬਦਲ ਕੇ ਰੱਖ ਦਿੱਤੀ। ਧੀਰਮਲ ਨੇ ਦੇਖ ਕੇ ਬਹੁਤ ਨਾਰਾਜ਼ ਹੋਇਆ ਤੇ ਉਹਦੇ ਮਸੰਦ ਸਿੰਘਾਂ ਨੇ ਗੁਰੂ ਸਾਹਿਬ ਉੱਤੇ ਗੋਲੀ ਵੀ ਚਲਾਈ, ਪਰ ਉਹਦਾ ਨਿਸ਼ਾਨਾ ਚੂਕ ਗਿਆ। ਜਦੋਂ ਸਿੱਖਾਂ ਨੂੰ ਇਹਦਾ ਪਤਾ ਚੱਲਿਆ ਤਾਂ ਮੱਖਣ ਸ਼ਾਹ ਨੇ ਸੰਗਤ ਦੇ ਸਹਿਯੋਗ ਨਾਲ ਸਿੰਘਾਂ, ਮਸੰਦ ਤੇ ਧੀਰਮਲ ਨੂੰ ਉਹਦੀ ਸਾਰੀ ਸੰਪਤੀ ਸਮੇਤ ਗੁਰੂ ਸਾਹਿਬ ਦੇ ਸਾਹਮਣੇ ਪੇਸ਼ ਕੀਤਾ। ਗੁਰੂ ਸਾਹਿਬ ਨੇ ਉਹਨਾਂ ਨੂੰ ਸਾਰੀ ਸੰਪਤੀ ਵਾਪਸ ਕਰਨ ਦਾ ਹੁਕਮ ਦਿੱਤਾ, ਜਿਸ ਵਿੱਚ ਗੁਰੂ ਅਰਜਨ ਸਾਹਿਬ ਵੱਲੋਂ ਭਾਈ ਗੁਰਦਾਸ ਹੱਥੀਂ ਲਿਖੀ ਹੋਈ ਬੀੜ ਵੀ ਸ਼ਾਮਲ ਸੀ। ਭਾਈ ਸੰਤੋਖ ਸਿੰਘ ਅਨੁਸਾਰ ਮੱਖਣ ਸ਼ਾਹ ਲੋਬਾਣਾ ਗੁਰੂ ਤੇਗ ਬਹਾਦਰ ਜੀ ਨਾਲ ਅੰਮ੍ਰਿਤਸਰ ਵੀ ਗਿਆ ਤੇ ਚੱਕ ਨਾਨਕੀ ਵਸਣ ਤੱਕ ਗੁਰੂ ਜੀ ਨਾਲ ਰਿਹਾ। ਚੱਕ ਨਾਨਕੀ ਨਗਰ ਵਸਾਉਣ ਲਈ ਜ਼ਮੀਨ ਖਰੀਦਣ ਸਮੇਂ ਮੱਖਣ ਸ਼ਾਹ ਨੇ ਸੰਗਤ ਨਾਲ ਭੇਟਾ ਦੇ ਕੇ ਆਪਣਾ ਯੋਗਦਾਨ ਪਾਇਆ। ਬਾਅਦ ਵਿੱਚ ਉਹਨੇ ਗੁਰੂ ਸਾਹਿਬ ਤੋਂ ਵਿਦਾ ਮੰਗੀ ਤੇ ਗੁਰੂ ਸਾਹਿਬ ਨੇ ਗੁਰੂ ਗੁਰੂ ਜਪਣ ਤੇ ਸਿੱਖੀ ਪ੍ਰਚਾਰ ਕਰਨ ਦੀ ਹਦਾਇਤ ਦਿੱਤੀ। ਲੱਖੀ ਸ਼ਾਹ ਭਾਈ ਗੋਦੂ ਰਾਮ ਪਿੰਡ ਖੈਰਪੁਰ, ਜ਼ਿਲ੍ਹਾ ਮੁਜ਼ੱਫਰਗੜ੍ਹ, ਪਾਕਿਸਤਾਨ ਨਿਵਾਸੀ ਦੇ ਪੁੱਤਰ ਸਨ। ਇਹ ਵਣਜਾਰਾ ਕਬੀਲੇ ਨਾਲ ਸੰਬੰਧਿਤ ਸਨ। ਵਣਜਾਰੇ ਅਮੀਰ ਵਪਾਰੀ ਸਨ। ਲੱਖੀ ਸ਼ਾਹ ਇੱਕ ਰੁਤਬੇ ਵਾਲਾ ਬੰਦਾ ਸੀ।
ਇਹ ਗੁਰੂ ਸਾਹਿਬਾਨ ਦਾ ਸਮਰਪਿਤ ਸਿੱਖ ਸੀ। ਇਹ ਪਿੰਡ ਰਾਇਸੀਨਾ ਦਾ ਵਸਨੀਕ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ 11 ਨਵੰਬਰ 1675 ਨੂੰ ਸ਼ਹੀਦ ਕੀਤੇ ਜਾਂਦੇ ਹਨ ਤਾਂ ਗੁਰੂ ਸਾਹਿਬ ਦਾ ਧੜ ਚਾਂਦਨੀ ਚੌਕ ਦਿੱਲੀ 'ਚ ਪਿਆ ਸੀ। ਲੱਖੀ ਸ਼ਾਹ ਆਪਣੇ ਪੁੱਤਰ ਨਗਾਈਆ ਨਾਲ ਆਪਣੇ ਕਾਫਲੇ ਨੂੰ ਲੈ ਕੇ ਉੱਥੋਂ ਲੰਘਿਆ। ਉਹ ਗੁਰੂ ਸਾਹਿਬ ਦੇ ਧੜ ਨੂੰ ਆਪਣੇ ਕਾਫਲੇ ਦੇ ਇੱਕ ਵੱਡੇ ਗੱਡੇ 'ਚ ਲੁਕੋ ਕੇ ਆਪਣੇ ਨਿਵਾਸ ਸਥਾਨ ਰਾਇਸੀਨਾ ਪਿੰਡ ਲੈ ਗਿਆ। ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਤਾਂ ਨਾਮੁਮਕਿਨ ਸੀ, ਇਸ ਲਈ ਸਰਕਾਰੀ ਜਸੂਸਾਂ ਤੋਂ ਬਚਣ ਲਈ ਉਹਨੇ ਆਪਣੇ ਘਰ ਨੂੰ ਹੀ ਅੱਗ ਲਾ ਕੇ ਗੁਰੂ ਸਾਹਿਬ ਦਾ ਸੰਸਕਾਰ ਕੀਤਾ। ਜਦੋਂ 1783 ਈਸਵੀ ਵਿੱਚ ਸਿੱਖਾਂ ਨੇ ਦਿੱਲੀ ਤੇ ਕਬਜ਼ਾ ਕੀਤਾ ਤਾਂ ਉਹਨਾਂ ਨੇ ਇੱਥੇ ਯਾਦਗਾਰ ਬਣਾਈ। ਤਰਜਮਾ ਕੀਤਾ ਹੈ ਦਿਲਸ਼ੇਰ ਸਿੰਘ ਨੇ। ਧੰਨਵਾਦ। ਅਗਲਾ ਲੇਖ ਹੈ ਦੱਖਣੀ ਸਿੱਖ। ਰਾਈਟਰ ਨਾਨਕ ਸਿੰਘ ਨਿਸ਼ਤਰ। ਮੇਰੇ ਬਚਪਨ ਤੋਂ ਆਪਣੇ ਮਾਤਾ ਪਿਤਾ ਤੇ ਹੋਰ ਬਜ਼ੁਰਗ ਵਿਅਕਤੀਆਂ ਦੇ ਮੌਖਿਕ ਇਤਿਹਾਸ ਗਿਆਨ ਨੂੰ ਭਰੋਸੇ 'ਚ ਪਾਉਣ ਲਈ ਮੈਂ ਕਈ ਇਤਿਹਾਸਕਾਰਾਂ ਦੀਆਂ ਲਿਖਤਾਂ ਪੜ੍ਹੀਆਂ। ਭਾਰਤ ਦੇ ਆਰਕਾਈਵਜ਼ ਵਿੱਚੋਂ ਉਜਾਗਰ ਕੀਤੀਆਂ ਗਈਆਂ ਪ੍ਰਕਾਸ਼ਿਤ ਖਰੜਿਆਂ ਦਾ ਹਵਾਲਾ ਦੇ ਕੇ ਇਸ ਵਿਸ਼ੇ ਤੇ ਕਈ ਲੇਖ ਲਿਖੇ ਹਨ। ਦੱਖਣੀ ਸਿੱਖ ਕੌਣ ਹਨ, ਕਿੱਥੋਂ ਆਏ ਹਨ ਤੇ ਉਹਨਾਂ ਦੇ ਕੁਝ ਸਮਾਜਿਕ ਤੇ ਧਾਰਮਿਕ ਰੀਤੀ ਰਿਵਾਜ ਦੀ ਇਤਿਹਾਸਿਕ ਮਹੱਤਤਾ ਕੀ ਹੈ, ਇਸ ਬਾਰੇ ਸ਼ਾਇਦ ਇਹ ਪਹਿਲਾ ਲੇਖ ਹੈ ਜੋ ਇਸ ਬਾਬਤ ਭਰਪੂਰ ਚਾਨਣਾ ਪਾਏਗਾ। ਦੱਖਣੀ ਸ਼ਬਦ ਦੀ ਜਾਣ ਪਛਾਣ। ਦੱਖਣੀ ਸ਼ਬਦ ਜੋ ਕਿ ਸਿੱਖ ਸਮਾਜ ਦੇ ਕੁਝ ਵਰਗਾਂ ਵੱਲੋਂ ਚਿੜਾ ਕੇ ਵਰਤਿਆ ਜਾਂਦਾ ਹੈ, ਕੇਵਲ ਭੂਗੋਲਿਕ ਇਲਾਕੇ ਵੱਲ ਇਸ਼ਾਰਾ ਕਰਦਾ ਹੈ ਜਿਸ ਖਿੱਤੇ ਵਿੱਚ ਇਹ ਸਿੱਖ ਰਹਿੰਦੇ ਹਨ। ਸ਼ਬਦ ਦੱਖਣ ਦਾ ਭਾਵ ਉਰਦੂ ਭਾਸ਼ਾ 'ਚ ਦੱਖਣ ਵਿੱਚ ਦਿਸ਼ਾ ਹੈ। ਅਣਵੰਡੇ ਭਾਰਤੀ ਉਪ ਮਹਾਂਦੀਪ ਵਿੱਚ 2 ਹੈਦਰਾਬਾਦ ਸ਼ਹਿਰ ਸਨ। ਇੱਕ ਪੱਛਮੀ ਸਿੰਧ ਪ੍ਰਾਂਤ ਵਿੱਚ ਸੀ ਤੇ ਦੂਜਾ ਦੱਖਣੀ ਹੈਦਰਾਬਾਦ ਪ੍ਰਾਂਤ ਵਿੱਚ ਸੀ। ਉਦੋਂ ਵਰਤੀ ਗਈ ਸ਼ਬਦਾਵਲੀ ਵਿੱਚ ਇਹਨਾਂ ਨੂੰ ਹੈਦਰਾਬਾਦ ਸਿੰਧ ਤੇ ਹੈਦਰਾਬਾਦ ਦੱਖਣ ਵਜੋਂ ਜਾਣਿਆ ਜਾਂਦਾ ਸੀ। ਅੱਜ ਦਾ ਭਾਰਤੀ ਹੈਦਰਾਬਾਦ ਸ਼ਹਿਰ ਪਹਿਲਾਂ ਨਿਜ਼ਾਮ ਹੈਦਰਾਬਾਦ ਦੀ ਰਾਜਧਾਨੀ ਸੀ। ਹੈਦਰਾਬਾਦ ਦੇ ਇਸ ਹਿੱਸੇ 'ਚ ਵਸੇ ਹੋਏ ਲੋਕਾਂ ਨੂੰ ਦੱਖਣੀ ਕਹਿੰਦੇ ਹਨ। ਇਸ ਤਰ੍ਹਾਂ ਸਿੱਖਾਂ ਨੂੰ ਦੱਖਣੀ ਸਿੱਖਾਂ ਦੇ ਤੌਰ ਤੇ ਜਾਣਿਆ ਜਾਣ ਲੱਗ ਪਿਆ। ਪਠਾਣਾਂ ਨੂੰ ਦੱਖਣੀ ਪਠਾਨ ਕਿਹਾ ਗਿਆ ਤੇ ਇਸ ਤਰ੍ਹਾਂ ਹੋਰ ਲੋਕ ਵੀ ਸਨ। ਸਪਸ਼ਟ ਹੈ ਕਿ ਇਹ ਇੱਕ ਭੂਗੋਲਿਕ ਪਹਿਚਾਣ ਹੈ। ਜੋ ਵਿਅਕਤੀ ਵਿਦਵਾਨ ਜਾਂ ਧਾਰਮਿਕ ਅਦਾਰਾ ਸਿੱਧੇ ਜਾਂ ਸਿੱਧੇ ਤੌਰ ਤੇ ਇਹਨਾਂ ਹਿਜਰਤ ਕੀਤੇ ਸਿੱਖਾਂ ਦੀ ਹੋਂਦ ਨੂੰ ਨਿਵਿਆਉਂਦਾ ਹੈ ਤੇ ਇਹਨਾਂ ਨੂੰ ਸਿੱਖ ਕੌਮ ਤੇ ਨਸਲ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਉਹਨਾਂ ਦਾ ਪਹਿਰਾਵਾ ਤੇ ਬੋਲੀ ਪੰਜਾਬੀਆਂ ਵਰਗੀ ਨਹੀਂ, ਉਹ ਬੇਇਨਸਾਫੀ ਤੇ ਵਿਤਕਰਾ ਕਰ ਰਿਹਾ ਹੈ। ਇਤਿਹਾਸਕਾਰਾਂ ਨੇ ਅਣਗੌਲਿਆ ਕੀਤਾ। ਪੁਰਾਤਨ ਅਤੇ ਅਜੋਕੇ ਸਿੱਖ ਤੇ ਗੈਰ ਸਿੱਖ ਇਤਿਹਾਸਕਾਰਾਂ ਨੇ ਸਿੱਖਾਂ ਨੂੰ ਉਸ ਵੇਲੇ ਦੇ ਭਾਰਤੀ ਉਪ ਮਹਾਂਦੀਪ ਦੇ ਇਸ ਹਿੱਸੇ 'ਚ ਸਿੱਖ ਫੌਜ ਦੀ ਮੌਜੂਦਗੀ ਦੀ ਅਨੋਖੀ ਮਿਸਾਲ ਅਣਦੇਖਿਆ ਕਰ ਦਿੱਤੀ, ਜੋ ਦੋਸਤੀ ਤੇ ਸ਼ਾਂਤੀ ਦੇ ਇੱਕ ਮਿਸ਼ਨ ਤੇ ਆਇਆ ਸੀ। ਇੱਕ ਸਿੱਖ ਹਾਕਮ ਦੁਆਰਾ ਕਿਸੇ ਮੁਸਲਮਾਨ ਰਾਜੇ ਨੂੰ ਆਪਣੀ ਅੰਦਰੂਨੀ ਸੁਰੱਖਿਆ ਨੂੰ ਕਾਇਮ ਰੱਖਣ ਲਈ ਹਜ਼ਾਰਾਂ ਕਿਲੋਮੀਟਰ ਦੂਰ ਫੌਜੀ ਪੁਰਸ਼ਾਂ ਦੇ ਜੀਵਨ ਨੂੰ ਖਤਰੇ 'ਚ ਪਾਉਣ ਲਈ ਤੇ ਆਪਣੇ ਪਰਿਵਾਰਾਂ ਨੂੰ ਛੱਡਣ ਤੇ ਪੂਰੀ ਤਰ੍ਹਾਂ ਨਾਲ ਦੂਰ ਕਰਨਾ ਉੱਕਾ ਹੀ ਜ਼ਰੂਰੀ ਨਹੀਂ ਸੀ ਤੇ ਨਾ ਹੀ ਕੋਈ ਮੋੜਵਾਂ ਕਰਜ਼ ਉਤਾਰਨ ਦੀ ਜ਼ਿੰਮੇਵਾਰੀ ਸੀ। ਆਵਾਜਾਈ ਤੇ ਦੂਰ ਸੰਚਾਰ ਦੇ ਸਾਧਨ ਵੀ ਨਾ ਬਰਾਬਰ ਹੀ ਸਨ। ਉਹਨਾਂ ਦਿਨਾਂ 'ਚ ਇਸ ਮਿਸਾਲੀ ਮਾਨਵਤਾਵਾਦੀ ਉੱਦਮ ਨੂੰ ਇਤਿਹਾਸਕਾਰਾਂ ਨੇ ਤੇ ਸਿੱਖ ਇਤਿਹਾਸਕਾਰਾਂ ਨੇ ਵੀ ਮਾਨਤਾ ਨਹੀਂ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਫੌਜ ਨੇ ਨਿਜ਼ਾਮ ਦੇ ਸੱਦੇ ਤੇ ਦੱਖਣ ਹੈਦਰਾਬਾਦ ਆਉਣਾ ਅਜੋਕੇ ਸਮੇਂ ਦੀ ਪੀਸ ਕੀਪਿੰਗ ਫੋਰਸ ਵਰਗਾ ਨਿਵੇਕਲਾ ਉੱਦਮ ਸੀ। 19ਵੀਂ ਸਦੀ ਦੀ ਅਮਨ ਫੌਜੀ ਸਨ। ਅਜੋਕੇ ਦੱਖਣੀ ਸਿੱਖ ਇਤਿਹਾਸ ਦੇ ਇਸ ਅਣਡਿੱਠੇ ਪਹਿਲੂ ਦੀ ਜੀਵੰਤ ਗਵਾਹੀ ਭਰਦੇ ਹਨ। ਦੱਖਣ ਵਿੱਚ ਸਿੱਖ। ਇਤਿਹਾਸਿਕ ਚਾਰ ਮੀਨਾਰ 1591 'ਚ ਉਸਾਰਿਆ ਗਿਆ ਸੀ, ਪਰ ਸਿੱਖ ਹੈਦਰਾਬਾਦ ਸ਼ਹਿਰ ਦੇ ਉਸ ਤੋਂ ਵੀ ਪਹਿਲਾਂ ਦੇ ਨਿਵਾਸੀ ਸਨ। ਸੰਨ 1512 ਦੇ ਨੇੜੇ ਤੇੜੇ ਗੁਰੂ ਨਾਨਕ ਸਾਹਿਬ ਜੀ ਨੰਦੇੜ ਤੇ ਬਿਦਰ ਤੋਂ ਆਉਣ ਵੇਲੇ ਹੈਦਰਾਬਾਦ ਸ਼ਹਿਰ ਦੀ ਸਥਾਪਨਾ ਤੋਂ ਪਹਿਲਾਂ ਹੀ ਗੋਲਕੁੰਡਾ ਸ਼ਹਿਰ ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਰਾਮੇਸ਼ਵਰ ਤੋਂ ਸਫ਼ਰ ਕਰਦੇ ਹੋਏ ਸ੍ਰੀਲੰਕਾ ਗਏ।
ਸ੍ਰੀ ਗੁਰੂ ਨਾਨਕ ਸਾਹਿਬ ਨੇ ਮਨੁੱਖਤਾਵਾਦ ਤੇ ਅਧਿਆਤਮਵਾਦ ਦਾ ਪ੍ਰਚਾਰ ਕੀਤਾ ਤੇ ਥਾਂ-ਥਾਂ ਸਿੱਖਾਂ ਦੀ ਕਾਫੀ ਗਿਣਤੀ ਨੂੰ ਇਹਨਾਂ ਸ਼ਹਿਰਾਂ 'ਚ ਛੱਡਿਆ। ਉਹਨਾਂ ਨੇ ਉਹਨਾਂ ਨੂੰ ਵੱਖਰੇ ਧਰਮ ਦੇ ਅਨੁਆਈਆਂ ਵਜੋਂ ਵੱਖਰਾ ਨਹੀਂ ਕੀਤਾ ਤੇ ਨਾ ਹੀ ਉਹਨਾਂ ਨੇ ਕਿਸੇ ਖਾਸ ਅਨੁਸ਼ਾਸਨ 'ਚ ਬੱਝਿਆ, ਜਿਸ ਕਰਕੇ ਸਮਾਂ ਪਾ ਕੇ ਬਹੁਤ ਸਾਰੇ ਆਪਣੇ ਹਿੰਦੂ ਤੇ ਮੁਸਲਮਾਨ ਧਰਮਾਂ 'ਚ ਵਾਪਸ ਚਲੇ ਗਏ। ਪਰ ਫਿਰ ਵੀ ਅਜਿਹੇ ਸਨ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਤੋਂ ਡੂੰਘਾ ਪ੍ਰਭਾਵ ਲਿਆ, ਜਿਸ ਵਿੱਚੋਂ ਇੱਕ ਸ਼ਾਨਦਾਰ ਮਿਸਾਲ ਬਿਦਰ ਨਿਵਾਸੀ ਭਾਈ ਸਾਹਿਬ ਸਿੰਘ ਦੀ ਹੈ। ਬਿਦਰ ਅੱਜ ਕੱਲ੍ਹ ਕਰਨਾਟਕ ਸੂਬੇ ਵਿੱਚ ਹੈ ਤੇ ਹੈਦਰਾਬਾਦ ਸ਼ਹਿਰ ਤੋਂ ਕੋਈ 150 ਕਿਲੋਮੀਟਰ ਦੀ ਦੂਰੀ ਤੇ ਹੈ। ਉਹ 1699 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਅੰਮ੍ਰਿਤਪਾਨ ਕਰਨ ਵਾਲੇ ਸਿੱਖ ਕੌਮ ਦੇ ਪਹਿਲੇ 5 ਪਿਆਰਿਆਂ ਵਿੱਚੋਂ ਇੱਕ ਸਨ। 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੈਦਰਾਬਾਦ ਤੋਂ ਕਰੀਬ 280 ਕਿਲੋਮੀਟਰ ਦੂਰ ਨਾਂਦੇੜ ਵਿਖੇ ਲੰਮੇ ਸਮੇਂ ਲਈ ਠਹਿਰੇ ਸਨ ਤੇ 1708 ਵਿੱਚ ਆਖਰੀ ਸਾਹ ਲਿਆ। ਇਸ ਸਮੇਂ ਦੌਰਾਨ ਬਹੁਤ ਸਾਰੀ ਸਥਾਨਕ ਆਬਾਦੀ ਨੇ ਅੰਮ੍ਰਿਤਪਾਨ ਕਰਕੇ ਸਿੱਖੀ ਨੂੰ ਅਪਣਾ ਲਿਆ। ਸਿੱਖ ਫੌਜ ਨੂੰ ਬੁਲਾਓ। ਨਵਾਬ ਸਿਕੰਦਰ ਜਹਾਨ ਹੈਦਰਾਬਾਦ ਦਾ ਤੀਜਾ ਨਿਜ਼ਾਮ 1903 ਤੋਂ 1929 ਤੱਕ ਹੈਦਰਾਬਾਦ ਰਾਜ ਦਾ ਸ਼ਾਸਕ ਸੀ। ਉਹਦੇ ਰਾਜ ਵਿੱਚ 16 ਜ਼ਿਲ੍ਹੇ ਸਨ, ਜਿਨ੍ਹਾਂ ਵਿੱਚੋਂ ਸਿੱਖਾਂ ਦੇ ਨਾਂਦੇੜ ਦੇ ਪਵਿੱਤਰ ਸਥਾਨ ਸ਼ਾਮਲ ਸਨ। ਹੁਣ ਇਹ ਮਹਾਰਾਸ਼ਟਰਾ ਤੇ ਬਿਦਰ ਪ੍ਰਸ਼ਾਸਕੀ ਪ੍ਰਣਾਲੀ 'ਚ ਕਰਨਾਟਕ ਸਨ। ਨਿਜ਼ਾਮ ਦੇ ਪ੍ਰਬੰਧਕੀ ਢਾਂਚੇ ਵਿੱਚ ਮਾਲੀਆ ਜਮ੍ਹਾਂ ਕਰਵਾਉਣ ਦੀ ਜ਼ਿੰਮੇਵਾਰੀ ਜਾਗੀਰਦਾਰ ਦੇਸ਼ਮੁਖ ਤੇ ਸਮਸਥਾਨਾਂ ਦੀ ਸੀ। ਇਹ ਲੋਕ ਸਮਾਜ ਦੇ ਪ੍ਰਭਾਵੀ ਲੋਕ ਸਨ, ਜਿਨ੍ਹਾਂ ਨੂੰ ਉਹਨਾਂ ਦੇ ਮਾਲੀਆ ਇਕੱਠਾ ਕਰਨ ਦੇ ਬਦਲੇ ਜ਼ਮੀਨ ਦੇ ਵੱਡੇ ਟੋਟੇ ਨਿਜ਼ਾਮ ਵੱਲੋਂ ਦਿੱਤੇ ਹੋਏ ਸਨ। ਮਾਲੀਆ ਇਕੱਠਾ ਕਰਨ, ਖਜ਼ਾਨੇ ਨੂੰ ਮਾਲੀਏ ਦੀ ਕਮਾਈ ਦੇ ਬਦਲੇ ਆਪਣੇ ਕਿਲਿਆਂ ਤੇ ਫੌਜ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਕੁਝ ਹਿੱਸਾ ਰੱਖਣ ਦੇ ਹੱਕਦਾਰ ਸਨ। 1830 ਦੇ ਆਸ-ਪਾਸ ਸਰਕਾਰੀ ਖਜ਼ਾਨੇ ਨੂੰ ਮਾਲੀਏ ਦਾ ਹਿਸਾਬ ਕਿਤਾਬ ਦੇਣ ਤੋਂ ਕੰਨੀ ਕਤਰਾਉਣ ਲੱਗੇ। ਮਾਲੀਏ ਨੂੰ ਖਜ਼ਾਨੇ 'ਚ ਜਮ੍ਹਾਂ ਕਰਾਉਣ ਤੋਂ ਗੁਰੇਜ਼ ਕਰਨ ਲੱਗੇ ਤੇ ਇਸ ਤਰ੍ਹਾਂ ਨਿਜ਼ਾਮ ਦੇ ਖਿਲਾਫ ਬਗਾਵਤ ਕਰ ਦਿੱਤੀ। ਅਰਬੀਆਂ ਤੋਂ ਅਰਬ, ਅਫਰੀਕਾ ਤੋਂ ਸਿੱਧੀ, ਰਾਜਪੂਤ, ਰੋਹਿਲਾ ਤੇ ਪਠਾਣਾਂ ਨੂੰ ਉੱਤਰੀ ਭਾਰਤ ਤੋਂ ਭਰਤੀ ਕੀਤਾ ਗਿਆ, ਪਰ ਉਹ ਸਾਰੇ ਵੀ ਮਾਲੀਆ ਇਕੱਠਾ ਕਰਨ ਵਿੱਚ ਕਾਮਯਾਬ ਨਾ ਹੋ ਸਕੇ। ਦਰਬਾਰੇ ਲਾਹੌਰ। ਮਹਾਰਾਜਾ ਚੰਦੂ ਲਾਲ, ਜੋ ਕਿ ਨਿਜ਼ਾਮ ਦੇ ਪ੍ਰਧਾਨ ਮੰਤਰੀ ਤੇ ਗੁਰੂ ਘਰ ਦੇ ਸ਼ਰਧਾਲੂ ਸਨ, ਉਹਨਾਂ ਦੇ ਕਹਿਣ ਤੇ ਕੋਈ 1822 ਤੋਂ 1843 ਦੇ ਸਮੇਂ ਕਾਲ ਦੌਰਾਨ ਮਹਾਰਾਜਾ ਰਣਜੀਤ ਸਿੰਘ ਦਾ ਸਮਰਥਨ ਮੰਗਿਆ ਗਿਆ। ਇੱਕ ਬੇਨਤੀ ਪੱਤਰ ਤੇ ਤੋਹਫੇ ਲਾਹੌਰ ਦਰਬਾਰ ਨੂੰ ਭੇਜੇ ਗਏ ਸਨ। ਸਾਲ 1899 ਵਿੱਚ ਇੱਕ ਕਿਤਾਬ ਪੰਜਾਬ ਦਾ ਇਤਿਹਾਸ ਪ੍ਰਕਾਸ਼ਿਤ ਕੀਤੀ ਗਈ। ਪੰਨਾ ਨੰਬਰ 443 ਤੇ ਲਿਖਾਰੀ ਸੈਯਦ ਮੁਹੰਮਦ ਲਤੀਫ, ਜੋ ਪੰਜਾਬ ਦੇ ਇੱਕ ਸੀਨੀਅਰ ਅਧਿਕਾਰੀ ਦੇ ਤੌਰ ਤੇ ਸੇਵਾ ਕਰਦੇ ਸਨ, ਲਿਖਦੇ ਹਨ ਕਿ 1826 ਵਿੱਚ ਹੈਦਰਾਬਾਦ ਦੇ ਨਿਜ਼ਾਮ ਦੇ ਦਰਵੇਸ਼ ਮੁਹੰਮਦ ਵਕੀਲ ਨੇ ਤੋਹਫੇ ਸਮੇਤ ਲਾਹੌਰ ਦੇ ਦਰਬਾਰ 'ਚ ਹਾਜ਼ਰ ਹੋਏ। ਮਹਾਰਾਜਾ ਤੇ ਕੰਵਰ ਖੜਕ ਸਿੰਘ ਲਈ ਤੋਹਫੇ ਪੇਸ਼ ਕੀਤੇ। ਆਪਣੀ ਪੁਸਤਕ ਦੇ 14ਵੇਂ ਅਧਿਆਇ 'ਚ ਪੰਨਾ ਨੰਬਰ 267 ਤੇ ਮਹਾਰਾਜਾ ਰਣਜੀਤ ਸਿੰਘ ਨੂੰ 1933 'ਚ ਇਲਾਹਾਬਾਦ ਵਿਖੇ ਉੱਤਰ ਪ੍ਰਦੇਸ਼ ਦੀ ਹਿੰਦੁਸਤਾਨੀ ਅਕੈਡਮੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ, ਜਿਸ ਵਿੱਚ ਲਾਹੌਰ ਦੇ ਸਰਕਾਰੀ ਕਾਲਜ ਦੇ ਪ੍ਰੋਫੈਸਰ ਸੀਤਾਰਾਮ ਕੁਲੀ ਨੇ ਲਿਖਿਆ। ਸਾਲ 1826 ਵਿੱਚ ਹੈਦਰਾਬਾਦ ਦੇ ਨਿਜ਼ਾਮ ਦੇ ਰਾਜਦੂਤ ਦਰਵੇਸ਼ ਮੋਈਉਦੀਨ ਦਰਬਾਰੇ ਲਾਹੌਰ ਆਏ ਸਨ ਤੇ ਨਿਜ਼ਾਮ ਦੀ ਤਰਫੋਂ 4 ਉੱਚ ਪੱਧਰੀ ਮਹਿੰਗੇ ਘੋੜੇ, ਇੱਕ ਬੇਮਿਸਾਲ ਸ਼ਾਨਦਾਰ ਕੈਨੋਪੀ, ਵੱਡੀ ਸਤਕਾਰ ਵਾਲੀ ਛਤਰੀ, ਇੱਕ 2-ਧਾਰੀ ਤਲਵਾਰ, ਇੱਕ ਤੋਪ ਤੇ ਕਈ ਰਾਈਫਲਾਂ ਪੇਸ਼ ਕੀਤੀਆਂ ਸਨ। ਇਸ ਤੋਂ ਇਲਾਵਾ ਕੰਵਰ ਖੜਕ ਸਿੰਘ ਲਈ ਕੀਮਤੀ ਤੋਹਫੇ ਲੈ ਕੇ ਆਏ। ਮਾਰਗ ਪਬਲੀਕੇਸ਼ਨਜ਼ ਮੁੰਬਈ ਵੱਲੋਂ 1981 ਵਿੱਚ ਪ੍ਰਕਾਸ਼ਿਤ ਮਹਾਨ ਲੇਖਕ ਮੁਲਕ ਰਾਜ ਆਨੰਦ ਨੇ ਆਪਣੀ ਕਿਤਾਬ ਮਹਾਰਾਜਾ ਰਣਜੀਤ ਸਿੰਘ ਐਜ਼ ਪੈਟਰਨ ਆਫ ਆਰਟਸ ਦੇ ਪੰਨਾ ਨੰਬਰ 39 'ਚ ਕਿਹਾ ਕਿ ਹੈਦਰਾਬਾਦ ਦੇ ਏਜੰਟ ਨੁਮਾਇੰਦਾ ਨੇ 1826 ਵਿੱਚ ਲਾਹੌਰ ਵਿਖੇ ਮਹਾਰਾਜਾ ਲਈ ਤੋਹਫੇ ਪੇਸ਼ ਕੀਤੇ, ਜਿਸ 'ਚ ਸੁੰਦਰ ਚਾਨਣੀ ਵੀ ਸ਼ਾਮਲ ਸੀ। ਇਸ ਦੀ ਸੁੰਦਰਤਾ ਵਿੱਚ ਇੰਨੀ ਖਿੱਚ ਸੀ ਕਿ ਉਹਨੇ ਐਲਾਨ ਕੀਤਾ ਸੀ, ਇਹ ਕੇਵਲ ਸੱਚੇ ਪਾਤਸ਼ਾਹ ਦੇ ਦਰਗਾਹੀ ਦਰਬਾਰ ਲਈ ਵਰਤਿਆ ਜਾ ਸਕਦਾ ਹੈ ਤੇ ਇਹਨੂੰ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ 'ਚ ਪੇਸ਼ ਕੀਤਾ ਜਾਵੇ ਤੇ ਇਹ ਚਾਨਣੀ ਅੱਜ ਵੀ ਦਰਬਾਰ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਖਾਸ ਮੌਕਿਆਂ ਤੇ ਵਰਤੀ ਜਾਂਦੀ ਹੈ।
ਇਹ ਸ਼ਾਨਦਾਰ ਚਾਨਣੀ ਸਿੱਖ ਮੁਸਲਮਾਨ ਭਾਈਚਾਰੇ ਦੀ ਇੱਕ ਇਤਿਹਾਸਿਕ ਗਵਾਹੀ ਭਰਦੀ ਹੈ, ਪਰ ਅਫਸੋਸ ਕਿ ਭਾਰਤੀ ਹਥਿਆਰਬੰਦ ਫੌਜਾਂ ਨੇ ਦਰਬਾਰ ਸਾਹਿਬ ਦੇ ਜੂਨ 1984 ਹਮਲੇ ਦੌਰਾਨ ਉਹਨੂੰ ਸਾੜ ਦਿੱਤਾ। ਦੱਖਣ ਵਿੱਚ ਸਿੱਖ ਫੌਜ 1829 ਤੋਂ 1857 ਤੱਕ ਹੈਦਰਾਬਾਦ ਵਿੱਚ ਚੌਥੇ ਨਿਜ਼ਾਮ ਨਵਾਬ ਨਾਸਰੁੱਦੌਲਾ ਦੇ ਸ਼ਾਸਨ ਮੁਤਹਿਤ ਸੀ। 1930 ਚ 4 ਮਹੀਨੇ ਔਖੇ ਸਫ਼ਰ ਪੂਰਾ ਕਰਨ ਤੋਂ ਬਾਅਦ 1200 ਸਿੱਖ ਸਿਪਾਹੀ ਲਾਹੌਰ ਤੋਂ ਹੈਦਰਾਬਾਦ ਆ ਗਏ। ਫੌਜ ਵਿੱਚ 12 ਰਿਸਾਲੇ ਫੌਜੀ ਯੂਨਿਟਾਂ ਸਨ, ਜਿਨ੍ਹਾਂ 'ਚ 100 ਕਰਮਚਾਰੀਆਂ ਤੇ ਰਿਸਾਲਦਾਰਾਂ ਦੀ ਅਗਵਾਈ ਵਾਲੇ ਹਰੇਕ ਰਿਸਾਲਾ ਸ਼ਾਮਲ ਸਨ। ਮੁਖੀ ਤੇ ਹੋਰ ਉਪ-ਅਹੁਦਾ ਅਧਿਕਾਰੀ ਘੋੜੇ ਦੀ ਪਿੱਠ ਉੱਤੇ ਸਨ ਤੇ ਸਿਪਾਹੀ ਪੈਦਲ ਸਨ। ਉਹ ਪਹਿਲਾਂ ਮੀਰ ਆਲਮ ਟੈਂਕ ਦੇ ਨੇੜੇ ਬਾਹਰ ਸ਼ਹਿਰ 'ਚ ਤੈਨਾਤ ਸਨ, ਜੋ ਅੱਜ ਤੱਕ ਸਿੱਖ ਛਾਉਣੀ ਵਜੋਂ ਪ੍ਰਸਿੱਧ ਹੈ। ਬਾਗੀ ਤੇ ਜ਼ਾਲਮ ਜਾਗੀਰਦਾਰਾਂ ਕੋਲੋਂ ਮਾਲੀਏ ਦੀ ਰਕਮ ਇਕੱਠੀ ਕਰਨ ਦੌਰਾਨ ਕਈਆਂ ਨੂੰ ਜਾਨ ਗਵਾਉਣੀ ਪਈ ਤੇ ਕਈਆਂ ਨੂੰ ਜਿਸਮਾਨੀ ਨੁਕਸਾਨ ਹੋਇਆ, ਪਰ ਜਿਸ ਮਕਸਦ ਲਈ ਉਹ ਇੰਨੀ ਦੂਰੋਂ ਆਏ ਸਨ, ਉਹ ਮਕਸਦ ਇਹਨਾਂ ਨੇ ਕਾਮਯਾਬੀ ਨਾਲ ਪੂਰਾ ਕੀਤਾ। ਅਜਿਹਾ ਕਰਨ ਦੌਰਾਨ ਉਹਨਾਂ ਨੇ ਆਪਣੇ ਸਮਾਜਿਕ ਤੇ ਧਾਰਮਿਕ ਰਵੱਈਏ ਤੇ ਵਿਵਹਾਰ ਨੂੰ ਕਾਇਮ ਰੱਖਿਆ। ਉਹਨਾਂ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਕਦਰਦਾਨੀ 'ਚ ਧੰਨਵਾਦ ਕਰਦੇ ਹੋਏ ਸਾਰੇ ਰਿਸਾਲਦਾਰਾਂ ਨੂੰ ਦਰਬਾਰੀਆਂ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਅੱਜ ਦੇ ਤੇਲੰਗਾਨਾ ਪ੍ਰਦੇਸ਼ ਦੇ ਆਦਿਲਾਬਾਦ ਜ਼ਿਲ੍ਹੇ ਦੇ ਨਿਰਮਲ ਕਸਬੇ ਵਿੱਚ ਜਾਗੀਰ ਵਜੋਂ ਜ਼ਮੀਨਾਂ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਕਿਉਂਕਿ ਉਹ ਵਾਪਸ ਵਤਨ ਪਰਤਣਾ ਚਾਹੁੰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਪਤਨ ਤੇ ਅੰਗਰੇਜ਼ਾਂ ਦਾ ਸਿੱਖਾਂ ਨੂੰ ਗੁਲਾਮ ਬਣਾਉਣ ਨਾਲ ਉਹ ਪੰਜਾਬ ਵਾਪਸ ਨਹੀਂ ਪਰਤੇ। ਨਿਜ਼ਾਮ ਵੀ ਉਹਨਾਂ ਨੂੰ ਬਰਕਰਾਰ ਰੱਖਣਾ ਚਾਹੁੰਦਾ ਸੀ ਤੇ ਉਹਨਾਂ ਨੂੰ ਲਾਭਕਾਰੀ ਪ੍ਰੋਤਸਾਹਨ ਤੇ ਸਨਮਾਨ ਵੀ ਦਿੱਤਾ। ਦੱਖਣੀ ਸਿੱਖਾਂ ਦਾ ਸਮਾਜਿਕ ਜੀਵਨ। ਸਿੱਖ ਫੌਜ ਨੇ ਉੱਥੇ ਹੀ ਵਸਣ ਦਾ ਫੈਸਲਾ ਕਰ ਲਿਆ ਕਿਉਂਕਿ ਉਹ ਆਪਣੀਆਂ ਜੱਦੀ ਜ਼ਮੀਨਾਂ ਤੋਂ ਬਹੁਤ ਦੂਰ ਸਨ। ਨਾਲ ਹੀ ਉਹਨਾਂ ਨੇ ਸਥਾਨਕ ਔਰਤਾਂ ਨਾਲ ਵਿਆਹ ਕਰਨ ਦਾ ਵੀ ਫੈਸਲਾ ਕਰ ਲਿਆ। ਬੇਸ਼ੱਕ ਸਾਰੇ ਸਿੱਖ ਧਰਮ ਦੇ ਰਾਹ ਤੇ ਪੂਰੀ ਤਰ੍ਹਾਂ ਚੱਲਦੇ ਸਨ, ਸਥਾਨਕ ਔਰਤਾਂ ਅੰਮ੍ਰਿਤ ਛਕਣ ਤੋਂ ਹਿਚਕਚਾਉਂਦੀਆਂ ਸਨ। ਸਿੱਖ ਧਰਮ ਦੀਆਂ ਮੂਲ ਕਦਰਾਂ ਕੀਮਤਾਂ ਨਾਲ ਸਮਝੌਤਾ ਕੀਤੇ ਬਿਨਾਂ ਇੱਕ ਰਾਹ ਲੱਭਿਆ ਗਿਆ ਜੋ ਅੱਜ ਤੱਕ ਵੀ ਕਾਇਮ ਹੈ। ਚੌਂਕੇ ਚੜ੍ਹਨਾ। ਅੰਮ੍ਰਿਤਧਾਰੀ ਨਾਲ ਆਨੰਦ ਕਾਰਜ ਤੋਂ ਬਾਅਦ ਉਹਦੀ ਘਰਵਾਲੀ ਵੱਲੋਂ ਰਸੋਈ ਦੀ ਪਹਿਲੀ ਕਾਰਵਾਈ ਕੀਤੀ ਜਾਂਦੀ ਹੈ, ਜੋ ਕਿ ਹਰੇਕ ਬੱਚੇ ਦੇ ਜਨਮ ਤੋਂ ਬਾਅਦ ਵੀ ਦੁਹਰਾਇਆ ਜਾਂਦਾ ਹੈ। ਇਸ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਦੁਆਰਾ ਜਪਜੀ ਸਾਹਿਬ ਪੜ੍ਹ ਕੇ ਪਾਣੀ ਤੇ ਪਤਾਸੇ ਨੂੰ ਇੱਕ ਬਾਟੇ ਵਿੱਚ ਕਿਰਪਾਨ ਨਾਲ ਰਲਾ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ। ਕੜਾਹ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਤੋਂ ਬਾਅਦ ਹੀ ਬੀਬੀ ਰਸੋਈ 'ਚ ਦਾਖਲ ਹੁੰਦੀ ਹੈ। ਸਥਾਨਕ ਔਰਤਾਂ ਨਾਲ ਵਿਆਹ ਕਰ ਆਪਣੇ ਵਿਵਾਹਕ ਜੀਵਨ ਨੂੰ ਇਸ ਰਸਮ ਤੋਂ ਬਾਅਦ ਹੀ ਸ਼ੁਰੂ ਕੀਤਾ ਜਾਂਦਾ ਸੀ। ਇਹ ਪੂਰਵ ਸ਼ਰਤ ਅੱਜ ਵੀ ਸਖਤੀ ਨਾਲ ਲਾਗੂ ਕੀਤੀ ਜਾਂਦੀ ਹੈ। ਆਨੰਦ ਕਾਰਜ ਇਸ ਅੰਮ੍ਰਿਤ ਦੀ ਰਸਮ ਤੋਂ ਬਗੈਰ ਨਹੀਂ ਕੀਤਾ ਜਾਂਦਾ, ਚਾਹੇ ਇਹ ਵਿਆਹ ਭਾਵੇਂ ਅੰਤਰਜਾਤੀ ਹੋਵੇ ਜਾਂ ਜਾਤ ਬਰਾਦਰੀ ਦੇ ਅੰਦਰ ਹੀ। ਦੱਖਣੀ ਸਿੱਖਾਂ ਦਾ ਧਾਰਮਿਕ ਜੀਵਨ। ਹਰ ਰਿਸਾਲਾ ਨਾਲ ਸਿੱਖ ਫੌਜੀ ਯੂਨਿਟ ਵਿੱਚ ਗੁਰਦੁਆਰਾ ਬਣਦਾ ਸੀ। ਰਿਸਾਲਦਾਰ ਪ੍ਰਬੰਧਕੀ ਤੇ ਸਰਕਾਰੀ ਫਰਜ਼ ਵੀ ਨਿਭਾਉਣੇ ਹੁੰਦੇ ਸਨ। ਇੱਕ ਸਿਪਾਹੀ ਨੂੰ ਗ੍ਰੰਥੀ ਵਜੋਂ ਰੱਖਿਆ ਜਾਂਦਾ ਸੀ। ਗ੍ਰੰਥੀ ਜਿਸ ਨੇ ਨਾ ਕੇਵਲ ਗੁਰਦੁਆਰਾ ਸਾਹਿਬ 'ਚ ਸੇਵਾ ਕਰਨੀ ਹੁੰਦੀ ਸੀ, ਨਾਲ ਹੀ ਇਹਨੇ ਗੁਰਬਾਣੀ ਤੇ ਗੁਰਮੁਖੀ ਲਿਪੀ ਵੀ ਸਿਖਾਈ ਜਾਂਦੀ ਤੇ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਸਾਹਿਬ ਦਾ ਪੂਰਾ ਪਾਠ ਕਰ ਸਕੇ। ਇਹ ਧਾਰਮਿਕ ਸਿੱਖਿਆ ਹਰੇਕ ਬੱਚੇ ਲਈ ਲਾਜ਼ਮੀ ਸੀ ਤੇ ਇਹ ਹਰ ਇੱਕ ਦੱਖਣੀ ਸਿੱਖ ਦੀ ਗੁਰਮੁਖੀ ਲਿਪੀ ਵਿੱਚ ਗੁਰਬਾਣੀ ਪੜ੍ਹਨ ਦੀ ਰਿਵਾਇਤ ਦਾ ਪਿਛੋਕੜ ਹੈ। ਆਮ ਤੌਰ ਤੇ ਭਾਸ਼ਾ ਧਰਮ ਨਾਲ ਸੰਬੰਧਿਤ ਨਹੀਂ ਹੈ, ਕਿਸੇ ਖਿੱਤੇ ਨਾਲ ਸੰਬੰਧਿਤ ਹੁੰਦੀ ਹੈ। ਪੰਜਾਬੀ ਭਾਸ਼ਾ ਬੋਲਣ ਤੇ ਵਰਤੋਂ 'ਚ ਲਿਆਉਣ ਦੇ ਮਾਹੌਲ ਤੇ ਮੌਕੇ ਦੀ ਘਾਟ ਕਾਰਨ ਉਹਨਾਂ ਦੀ ਸਥਾਨਕ ਭਾਸ਼ਾ ਖਾਸ ਕਰਕੇ ਉਰਦੂ ਨਾਲ ਸਾਂਝ ਬਣੀ, ਜੋ ਕਿ ਦੱਖਣ ਦੀ ਸਰਕਾਰੀ ਜ਼ੁਬਾਨ ਸੀ। ਅੱਜ ਵੀ ਪੁਰਸ਼ ਸਾਰੇ ਜ਼ਰੂਰੀ 5 ਕਕਾਰ ਪਹਿਨਦੇ ਹਨ। ਉਹਨਾਂ ਦੀਆਂ ਔਰਤਾਂ ਸਥਾਨਕ ਕੱਪੜੇ ਪਹਿਨਦੀਆਂ ਹਨ ਤੇ ਸਥਾਨਕ ਭਾਸ਼ਾਵਾਂ ਬੋਲਦੇ ਹਨ। ਸਾਰੇ ਦੱਖਣੀ ਸਿੱਖ ਧਾਰਮਿਕ ਕਦਰਾਂ ਕੀਮਤਾਂ ਦੀ ਪਾਲਣਾ ਕਰਦੇ ਹੋਏ ਅੰਮ੍ਰਿਤਧਾਰੀ, ਕੇਸਾਧਾਰੀ ਤੇ ਕਿਰਪਾਨਧਾਰੀ ਹਨ ਤੇ ਹੋਰ ਭਾਈਚਾਰਿਆਂ 'ਚ ਆਪਣੇ ਧਾਰਮਿਕ ਹੋਣ ਲਈ ਸਤਿਕਾਰ ਪਾਉਂਦੇ ਹਨ। ਮਾਸ ਖਾਣ ਲੱਗਿਆਂ ਸਿੱਖ ਰਹਿਤ ਮਰਿਆਦਾ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਤੇ ਕੇਵਲ ਝਟਕਾ ਕੀਤਾ ਮਾਸ ਹੀ ਖਾਂਦੇ ਹਨ। ਦਾੜੀ ਤੇ ਮੁੱਛਾਂ ਦੀ ਬੇਅਦਬੀ ਨਹੀਂ ਕਰਦੇ। ਸਿੱਖ ਰਹਿਤ ਮਰਿਆਦਾ ਵਿੱਚ ਮਨਾਹੀ ਦੇ ਤੌਰ ਤੇ ਮੁਸਲਮਾਨਾਂ ਦੇ ਢੰਗ ਨਾਲ
ਮਾਸ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇੱਕ ਖਾਸ ਘਟਨਾ ਨਾਲ ਇਲਾਕੇ ਦੇ ਦੱਖਣੀ ਸਿੱਖਾਂ ਦੇ ਚਰਿੱਤਰ ਦੀ ਡੂੰਘੀ ਸਮਝ ਪਏਗੀ। ਨੰਦੇੜ ਵਿੱਚ ਇੱਕ ਪਰਿਵਾਰ ਕਲੈਕਟਰ ਤਾਲੁਕਦਾਰ ਨੇ ਡਿਵੀਜ਼ਨਲ ਕਮਿਸ਼ਨਰ ਸੂਬੇਦਾਰ ਲਈ ਇੱਕ ਪਾਰਟੀ ਰੱਖੀ ਤੇ ਰਾਗੀ ਸਿੰਘ ਨੂੰ ਫਾਰਸੀ ਭਾਸ਼ਾ ਗੁਰਬਾਣੀ ਦਾ ਪਾਠ ਕਰਨ ਲਈ ਕਿਹਾ, ਕਿਉਂਕਿ ਉਹਨੂੰ ਉਹ ਪਸੰਦ ਸੀ। ਜਦੋਂ ਰਾਗੀ ਭਾਈ ਟਹਾਲ ਸਿੰਘ, ਭਾਈ ਜਗਤ ਸਿੰਘ ਤੇ ਭਾਈ ਸਰਦੂਲ ਸਿੰਘ ਗੁਰਦੁਆਰੇ ਦੇ ਸਾਰੇ ਕਰਮਚਾਰੀ ਉੱਥੇ ਪਹੁੰਚੇ, ਉਹਨਾਂ ਨੂੰ ਫਰਸ਼ ਤੇ ਬੈਠਣ ਲਈ ਕਿਹਾ ਗਿਆ, ਜਦਕਿ ਅਫਸਰ ਇੱਕ ਪਲੇਟਫਾਰਮ ਤੇ ਕੁਰਸੀਆਂ ਉੱਤੇ ਕਬਜ਼ਾ ਕਰੀ ਬੈਠੇ ਸਨ। ਰਾਗੀਆਂ ਨੇ ਨਿਮਰਤਾ ਨਾਲ ਗੁਰਬਾਣੀ ਗਾਇਨ ਕਰਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਕੁਝ ਲੋਕ ਉੱਚੇ ਪੱਧਰ ਤੇ ਬੈਠੇ ਸਨ ਤੇ ਇਹ ਗੁਰਬਾਣੀ ਦੀ ਤੋਹੀਨ ਸਮਝੀ ਗਈ। ਪ੍ਰੋਗਰਾਮ ਵਿੱਚ ਮੌਜੂਦ ਸਾਰੇ ਉੱਚ ਅਧਿਕਾਰੀਆਂ ਨੇ ਰਾਗੀ ਸਿੰਘਾਂ ਦੇ ਫੈਸਲੇ ਦੀ ਸ਼ਲਾਘਾ ਕੀਤੀ। ਸਾਰੇ ਆਪਣੀਆਂ ਕੁਰਸੀਆਂ ਤੋਂ ਹੇਠਾਂ ਆ ਗਏ ਤੇ ਬੜੀ ਸ਼ਰਧਾ ਨਾਲ ਗੁਰਬਾਣੀ ਨੂੰ ਸਤਿਕਾਰਿਆ ਤੇ ਮਾਣਿਆ ਗਿਆ। ਚੇਤੇ ਰਹੇ ਕਿ ਇਹ ਉਹ ਰਾਗੀ ਸਨ ਜੋ ਸਾਲ 1928 ਵਿੱਚ 12, 10 ਤੇ 8 ਸਾਲ ਦੀ ਉਮਰ ਵਿੱਚ ਗੁਰਮਤਿ ਸੰਗੀਤ ਵਿਦਿਆਲੇ ਤਰਨਤਾਰਨ ਸਾਹਿਬ, ਅੰਮ੍ਰਿਤਸਰ ਲਈ 3.5 ਸਾਲਾਂ ਦੀ ਗੁਰਮਤਿ ਸੰਗੀਤ ਸਿਖਲਾਈ ਲਈ ਤੇ ਨਿਜ਼ਾਮ ਹੈਦਰਾਬਾਦ ਦੀ ਸਰਕਾਰ ਦੇ ਖਰਚੇ ਤੇ ਸਿਖਲਾਈ ਪ੍ਰਾਪਤ ਕਰਕੇ ਆਏ ਸਨ। ਦੱਖਣੀ ਸਿੱਖ ਪੰਜਾਬ ਤੋਂ ਜੋ ਵੀ ਧਾਰਮਿਕ ਰੀਤੀ ਰਿਵਾਜ ਨਾਲ ਲੈ ਕੇ ਆਏ, ਉਹਨਾਂ ਨੇ ਨੰਦੇੜ ਆ ਕੇ ਪਾਲਣਾ ਸ਼ੁਰੂ ਕਰ ਦਿੱਤੀ। ਇਸ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਸ਼ਾਮਲ ਸਨ। ਗੁਰਦੁਆਰਾ ਸੁਧਾਰ ਲਹਿਰ ਦੇ ਬਾਅਦ ਪੰਜਾਬ ਨੇ ਇਸ ਰੀਤ ਨੂੰ ਖਤਮ ਕਰ ਦਿੱਤਾ ਸੀ, ਜਦੋਂ ਕਿ ਇਹ ਅੱਜ ਵੀ ਦੱਖਣ ਵਿੱਚ ਜਾਰੀ ਹੈ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਨੇ ਕਈ ਕਾਰਜਾਂ ਨੂੰ ਤਿਆਗ ਦਿੱਤਾ ਹੈ, ਪਰ ਦੱਖਣੀ ਸਿੱਖਾਂ ਦੁਆਰਾ ਸੱਚੇ ਦਿਲੋਂ ਉਹਨਾਂ ਦੀ ਪਾਲਣਾ ਅੱਜ ਵੀ ਕੀਤੀ ਜਾ ਰਹੀ ਹੈ। ਰਹਿਤ ਮਰਿਆਦਾ ਮੁਤਾਬਕ ਤੇ ਸਦੀਆਂ ਤੋਂ ਚੱਲ ਰਹੀ ਪਰੰਪਰਾ ਤੇ ਪਹਿਰਾ ਦਿੰਦੇ ਹੋਏ ਦੱਖਣੀ ਸਿੱਖ ਆਪਣੇ ਨਾਵਾਂ ਨਾਲ ਆਪਣੇ ਗੋਤ ਨਹੀਂ ਲਾਉਂਦੇ। ਅੰਮ੍ਰਿਤਧਾਰੀ ਸਿੱਖ ਨੂੰ ਅੰਮ੍ਰਿਤ ਛਕਣ ਤੋਂ ਪਹਿਲਾਂ ਵਾਲੀ ਜਾਤ ਦੇ ਆਧਾਰ ਤੇ ਵਿਤਕਰਾ ਨਹੀਂ ਕਰਦੇ। ਵਿਆਹ ਲਈ ਵਿਅਕਤੀ ਦੀ ਸ਼ਖਸੀਅਤ ਤੇ ਪਰਿਵਾਰ ਦੇ ਸਮੁੱਚੇ ਦਰਜੇ ਨੂੰ ਧਿਆਨ 'ਚ ਰੱਖਿਆ ਜਾਂਦਾ ਹੈ, ਨਾ ਕਿ ਜਾਤ-ਪਾਤ ਜਾਂ ਬੰਸਾਵਲੀ ਨੂੰ। ਜਦੋਂ ਸਿੱਖ ਫੌਜ ਇਸ ਖੇਤਰ 'ਚ ਆ ਗਈ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੀਆਂ ਬੀੜਾਂ ਨਾਲ ਲਿਆਏ ਸੀ। ਇੱਕ ਅਭਿਆਸ ਦੇ ਤੌਰ ਤੇ ਉਹ ਆਪਣੇ ਸਾਰੇ ਫੌਜੀ ਮੁਹਿੰਮਾਂ ਦੌਰਾਨ ਇਹਨਾਂ ਬੀੜਾਂ ਨੂੰ ਨਾਲ ਰੱਖਦੇ ਸੀ। ਦੱਖਣੀ ਸਿੱਖਾਂ ਦੇ ਗੁਰਦੁਆਰਿਆਂ 'ਚ ਦੋਨੋਂ ਗ੍ਰੰਥ ਮੌਜੂਦ ਹਨ। ਉਹ ਹਰ ਸੰਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਨ ਤੇ ਹੁਕਮ ਲੈਂਦੇ ਹਨ, ਪਰ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਸਨਮੁਖ ਮੱਥਾ ਨਹੀਂ ਟੇਕਦੇ। ਉਹ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਗੁਰੂ ਜਾਣ ਸਿਰ ਝੁਕਾਉਂਦੇ ਹਨ। ਇਸ ਦੀ ਆਲੋਚਨਾ ਕਰਨਾ ਅਗਿਆਨਤਾ ਹੀ ਕਹੀ ਜਾ ਸਕਦੀ ਹੈ। ਭਾਈ ਕਾਨ੍ਹ ਸਿੰਘ ਨਾਭਾ ਦੀ ਨੰਦੇੜ ਫੇਰੀ। ਭਾਈ ਕਾਨ੍ਹ ਸਿੰਘ ਨਾਭਾ ਸਿੱਖੀ ਦਾ ਇੱਕ ਬੇਜੋੜ ਵਿਦਵਾਨ ਸੀ, ਜਿਸ ਦਾ ਮਹਾਨ ਕੋਸ਼ ਪੰਜਾਬੀ ਵਿੱਚ ਸਿੱਖ ਧਰਮ ਦਾ ਪਹਿਲਾ ਐਨਸਾਈਕਲੋਪੀਡੀਆ ਹੈ, ਜਿਸ ਦੀ ਬਰਾਬਰੀ ਅੱਜ ਤੱਕ ਕੋਈ ਨਹੀਂ ਕਰ ਸਕਿਆ। ਉਹ ਜਰਮਨ ਵਿਦਵਾਨ ਮੈਕਸ ਆਰਥਰ ਮੈਕਾਲਫ, ਜਿਸ ਨੇ ਸਿੱਖ ਰਿਲੀਜਨ ਦੀਆਂ 6 ਜਿਲਦਾਂ ਲਿਖੀਆਂ ਹਨ, ਦੇ ਮੁੱਖ ਸਲਾਹਕਾਰ ਸਨ। ਇਤਿਹਾਸਿਕ ਰਿਕਾਰਡ ਦੱਸਦਾ ਹੈ ਕਿ ਭਾਈ ਸਾਹਿਬ 1884 ਚ ਨੰਦੇੜ ਗਏ ਸਨ। ਸਾਲ 1929 ਚ ਚੀਫ ਖਾਲਸਾ ਦੀਵਾਨ ਨੇ ਬ੍ਰਿਟਿਸ਼ ਜੱਜ ਸ਼੍ਰੀ A.H. ਕਿਊਮਿੰਗ ਦੀ ਨਿਆਂਇਕ ਜਾਂਚ ਕਰਨ ਤੋਂ ਪਹਿਲਾਂ ਉਹਨੂੰ ਭਾਰਤ ਸਰਕਾਰ ਵੱਲੋਂ ਹੈਦਰਾਬਾਦ ਸਰਕਾਰ ਨੂੰ ਦੇਣ ਲਈ ਭੇਜਿਆ ਸੀ। ਨੰਦੇੜ ਦੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਮਸਲੇ ਨੇ ਸਹਿਜੇ ਦੱਖਣੀ ਸਿੱਖਾਂ ਤੇ ਮੁਸਲਮਾਨਾਂ ਵਿਚਕਾਰ ਫਿਰਕੂ ਰੰਗ ਲੈ ਲਿਆ। ਇਸ ਮਸ਼ਹੂਰ ਕੇਸ ਵਿੱਚ ਫੈਸਲਾ ਸਿੱਖਾਂ ਦੇ ਹੱਕ 'ਚ ਗਿਆ। ਇਸ ਸੰਦਰਭ ਤੋਂ ਇਲਾਵਾ ਭਾਈ ਸਾਹਿਬ ਕਾਨ੍ਹ ਸਿੰਘ ਦੁਆਰਾ ਦੱਖਣ ਵਿੱਚ ਸਿੱਖਾਂ ਨਾਲ ਆਪਣੀ ਗੱਲਬਾਤ ਬਾਰੇ ਕੋਈ ਹੋਰ ਯੋਗਦਾਨ ਨਹੀਂ ਮਿਲਦਾ। ਹੋ ਸਕਦਾ ਹੈ ਕਿ ਉਹ ਇੱਕ ਇਤਿਹਾਸਕਾਰ ਨਹੀਂ ਸੀ, ਉਸਨੇ ਇਸ ਤਰ੍ਹਾਂ ਨਹੀਂ ਲਿਖਿਆ ਸੀ, ਪਰ ਹੋਰ ਇਤਿਹਾਸਕਾਰ ਸਨ ਜਿਹੜੇ ਇੱਥੇ ਸਿੱਖਾਂ ਤੇ ਇਸ ਗੁਰਦੁਆਰੇ ਦੇ ਵਿਵਾਦ ਨਾਲ ਸੰਬੰਧ ਰੱਖਦੇ ਸਨ। ਹਾਲਾਂਕਿ ਲੇਖਕ ਅਜਿਹੀ ਕਿਸੇ ਲਿਖਤ ਦਾ ਪਤਾ ਨਹੀਂ ਲਾ ਸਕਿਆ ਜਿਸ ਵਿੱਚ ਦੱਖਣੀ ਸਿੱਖਾਂ ਦਾ ਭਰਪੂਰ ਵੇਰਵਾ ਹੋਵੇ। ਮਿਸਟਰ ਹੈਨਕਿਨ ਤੇ ਉਹਦੀ ਆਖਰੀ ਇੱਛਾ। ਮਿਸਟਰ ਹੈਨਕਿਨ ਹੈਦਰਾਬਾਦ ਰਾਜ ਵਿੱਚ ਕਈ ਸਾਲ ਪੁਲਿਸ ਦੇ ਡਾਇਰੈਕਟਰ ਜਨਰਲ ਜੇਲ੍ਹ ਸਨ। ਹੈਦਰਾਬਾਦ ਛੱਡਣ ਤੋਂ 9 ਸਾਲ ਬਾਅਦ ਗੁਰਦੁਆਰਾ ਮਾਲ ਟੇਕੜੀ ਕੇਸ ਵਿੱਚ UK ਦੇ ਕਮਿਸ਼ਨ ਵਿੱਚ ਉਹਦੀ ਸਰਕਾਰੀ ਹੈਸੀਅਤ ਵਿੱਚ ਬਿਆਨ ਲਏ ਗਏ ਸਨ, ਕਿਉਂਕਿ ਉਹ ਸੱਚਖੰਡ ਗੁਰਦੁਆਰਾ ਸਾਹਿਬ ਦੇ ਮਾਮਲਿਆਂ ਦੇ ਚੀਫ ਕੰਟਰੋਲਰ ਸਨ। ਆਪਣੇ ਆਖਰੀ ਦਿਨਾਂ ਵਿੱਚ ਜਦੋਂ ਮਿਸਟਰ ਹੈਨਕਿਨ ਬਿਮਾਰ ਸੀ ਤੇ ਮਰਨ ਕਿਨਾਰੇ ਸੀ ਤਾਂ ਉਹਨੇ ਇੱਕ ਸੁਨੇਹਾ ਭੇਜਿਆ ਕਿ ਤਖਤ ਹਜ਼ੂਰ ਸਾਹਿਬ ਵਿਖੇ ਉਹਦੇ ਵੱਲੋਂ
ਜਾਣੇ ਅਣਜਾਣੇ ਕੀਤੀਆਂ ਭੁੱਲਾਂ ਬਖਸ਼ਾਉਣ ਲਈ ਅਖੰਡ ਪਾਠ ਸਾਹਿਬ ਰੱਖਿਆ ਜਾਵੇ। ਕਿਹਾ ਜਾਂਦਾ ਹੈ ਕਿ ਉਹ ਅਖੰਡ ਪਾਠ ਦੇ ਭੋਗ ਸਮੇਂ ਅਰਦਾਸ ਉਪਰੰਤ ਸਵਾਸ ਛੱਡ ਗਏ। ਗੁਰੂ ਸਾਹਿਬ ਲਈ ਅਜਿਹੀ ਵਚਨਬੱਧਤਾ, ਸ਼ਰਧਾ ਤੇ ਵਿਸ਼ਵਾਸ ਸੀ। ਉਹਨੇ ਸਿੱਖਾਂ ਨੂੰ ਸਨਮਾਨ ਕੀਤਾ ਤੇ ਉਹਨਾਂ ਤੇ ਪੂਰਾ ਵਿਸ਼ਵਾਸ ਕੀਤਾ। ਪੁਲਿਸ ਤੇ ਜੇਲ੍ਹ ਵਿਭਾਗ ਦੇ ਮੁਖੀ ਵਜੋਂ ਆਪਣੇ ਕਾਰਜਕਾਲ ਦੇ ਦੌਰਾਨ ਜਮਾਇਤੇ ਸਿੱਖ ਫੋਰਸ ਦੀ ਅਨਿਯਮਤ ਫੌਜ ਨੂੰ ਵਿਭਾਗ ਦੇ ਹੁਕਮ ਦੇ ਅਧੀਨ ਰੱਖਿਆ ਗਿਆ ਸੀ। 1951 ਈਸਵੀ ਵਿੱਚ ਹੈਦਰਾਬਾਦ ਰਾਜ ਨੂੰ ਭਾਰਤੀ ਸੰਘ ਨਾਲ ਮਿਲਾਉਣ ਤੋਂ ਬਾਅਦ ਇਸ ਫੋਰਸ ਨੂੰ ਖਤਮ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਦੱਖਣੀ ਸਿੱਖਾਂ ਤੇ ਉਹਨਾਂ ਦੇ ਪਰਿਵਾਰ ਜੋ ਇਸ ਫੋਰਸ ਦੇ ਮੈਂਬਰ ਸਨ ਨੇ ਆਪਣੇ ਸਾਰੇ ਮਾਣ ਤੇ ਵਿਸ਼ੇਸ਼ ਅਧਿਕਾਰ ਗੁਆ ਦਿੱਤੇ। ਸਿੱਖ ਕਦਰਾਂ ਕੀਮਤਾਂ ਦੇ ਸਹੀ ਰਖਵਾਲੇ। ਇਤਿਹਾਸ ਤੋਂ ਇਹ ਸਪਸ਼ਟ ਹੈ ਕਿ ਕੋਈ ਵੀ ਕੌਮ ਦਾ ਗੁਲਾਮ ਬਣਾਉਣਾ ਜਾਂ ਕਿਸੇ ਵੀ ਧਰਮ ਨੂੰ ਤੋੜਨ ਲਈ ਸਾਹਿਤ ਨੂੰ ਪਹਿਲਾਂ ਤਬਾਹ ਕਰ ਦਿੱਤਾ ਜਾਂਦਾ ਹੈ। ਸਾਲ 1193 ਵਿੱਚ ਵਿਦੇਸ਼ੀ ਹਮਲਾਵਰ ਬਖਤਿਆਰ ਖਿਲਜੀ ਨੇ ਲਾਇਬ੍ਰੇਰੀਆਂ ਨੂੰ ਅੱਗ ਲਾਉਣ ਤੇ ਬਿਹਾਰ ਦੇ ਨਾਲੰਦਾ ਯੂਨੀਵਰਸਿਟੀ ਨੂੰ ਨੇਸਤਨਾਬੂਦ ਕਰਨ ਦਾ ਕੋਝਾ ਕੰਮ ਕੀਤਾ। ਹਜ਼ਾਰਾਂ ਸਾਲ ਪਹਿਲਾਂ ਸਥਾਪਿਤ ਕੀਤੀ ਇਸ ਯੂਨੀਵਰਸਿਟੀ ਵਿੱਚ ਉਸ ਸਮੇਂ 10,000 ਵਿਦਿਆਰਥੀ ਪੜ੍ਹਦੇ ਤੇ 200 ਅਧਿਆਪਕ ਪੜ੍ਹਾਉਂਦੇ ਸਨ। ਉਹ ਦੁਨੀਆ ਦੀ ਉਸ ਵੇਲੇ ਦੀ ਸਭ ਤੋਂ ਵੱਡੀ ਕੌਮਾਂਤਰੀ ਯੂਨੀਵਰਸਿਟੀ ਸੀ। ਬੁੱਧ ਧਰਮ ਭਾਰਤ ਵਿੱਚ ਜਨਮਿਆ, ਪਰ ਭਾਰਤ ਵਿੱਚ ਉਹ ਖਤਮ ਕਰ ਦਿੱਤਾ ਗਿਆ ਸੀ। ਸਿੱਖ ਧਰਮ ਪੰਜਾਬ 'ਚ ਜਨਮਿਆ, ਪਰ ਅੱਜ ਸਿੱਖ ਇੱਕ ਕੌਮਾਂਤਰੀ ਭਾਈਚਾਰਾ ਹੈ। ਦੱਖਣੀ ਸਿੱਖਾਂ ਨੇ ਪੰਜਾਬ ਤੋਂ ਬਾਹਰ ਰਹਿੰਦੇ ਹੋਏ ਵੀ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਪੱਕੀ ਤਰ੍ਹਾਂ ਪਾਲ ਕੇ ਰੱਖਿਆ ਹੈ ਅਤੇ ਸਿੱਖੀ ਦਾ ਮਿਆਰ ਉੱਚਾ ਰੱਖਿਆ ਹੈ। ਪਰ ਇਹ ਗੱਲ ਹੋਰਾਂ ਬਾਰੇ ਨਹੀਂ ਕਹੀ ਜਾ ਸਕਦੀ। ਦੱਖਣ ਦੇ ਸਿੱਖਾਂ ਦੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ, ਇਹ ਅਸਲ 'ਚ ਇੱਥੋਂ ਸ਼ੁਰੂ ਹੁੰਦੀ ਹੈ। ਕਹਾਣੀ ਨੂੰ ਇਸ ਦੀ ਸਾਰੀ ਮਹਿਮਾ ਵਿੱਚ ਦੁਬਾਰਾ ਵਿਸਥਾਰ ਨਾਲ ਪੇਸ਼ ਕਰਨ ਦੀ ਜ਼ਰੂਰਤ ਹੈ। ਇਸ ਮੋਨੋਗ੍ਰਾਫ ਤੋਂ ਸੇਧ ਲੈ ਕੇ ਸਿੱਖ ਵਿਦਿਆਰਥੀ ਅਤੇ ਇਤਿਹਾਸਕ ਖੋਜਾਰਥੀ ਇਸ ਖੇਤਰ ਵਿੱਚ ਕੰਮ ਕਰ ਸਕਦੇ ਹਨ।